सतनाम। श्री वाहिगुरु साहिब जी सूही। महला पहला घर छेवा। एक ओंकार सतगुर प्रसाद। उज्जल कैहा चिलकना घोटिम कालड़ी मास। धोतिया झूठ ना उतरै जे सौ धोवा तिस। उज्जल कैहा चिलकना। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पितर हजूरी दे विच जुड़मल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पितर अमृत बाणी दी कथा विचार व्याख्या जो इस स्थान दे लड़ीवार चल रही है सो सरवण करके लाह प्राप्त करो। सब तो पहला अज जो धन श्री गुरु ग्रंथ साहिब सच्चे पातशाह जी महाराज जी का पहला प्रकाश गुरपुरब है। संमत 1661 बिक्रमी भादरो सुदी एकम नो अज दे दिन धन श्री गुरु अर्जन देव साहिब जी महाराज है जी ने धन बाबा बुढ़ा साहब जी नूं ग्रंथी थाप के सचखंड श्री हरमंदर साहब जी विखे पहला प्रकाश करवाया। हरमंदर साहब अमृतसर साहब विखे बहुत धूमधाम दे नाल संगतां ये गुरपुरब मना रही ने। पिछले साल की तरह ऐतकी में बड़ी बड़ी दूर तो संगतां ने फुल्लां दियां माला दरबार से भेटा कीतियां और बड़ी सुचज्जे ढंग दे नाल फुल्लां दी ताजे फुल्लां दी सजावट करके ते महाराज सच्चे पातशाह जी दियां खुशियां प्राप्त कीतियां जा रही हैं। गुरपुरब मनाया जा रहा है। आपां भी शहीदां दे इस पवित्र स्थान ते धन गुरु ग्रंथ साहिब महाराज सच्चे पातशाह दी पावन हजूरी में जुड़मन बैठ के दीवान दे विच हाजरियां भर रहे हैं। साहिबां दा पहला प्रकाश गुरपुरब मना रहे हैं। सो सब तो पहला आप समूह संगतां नूं गुरु घर वल्लों श्री गुरु ग्रंथ साहिब जी के पहले प्रकाश गुरपुरब की लख लख बधाई होवे। गज के आखो सतनाम श्री वाहिगुरु जी। सतनाम श्री वाहिगुरु साहिब जी सूही। महला पहला घर छेवा। ये जो पावन शब्द है धन धन सतगुरु श्री गुरु नानक देव साहिब जी महाराज जी ने सज्जन ठग दे परथाए सूही राग विच उचारण किया है। कल आप जी ने
ਸੱਜਣ ਠੱਗ ਦੀ ਸਾਖੀ ਸਰਵਣ ਕੀਤੀ ਸੀ, ਜੋ ਤਲੰਬੇ ਸ਼ਹਿਰ ਦੇ ਵਿੱਚ ਇੱਕ ਧਰਮਸ਼ਾਲਾ ਬਣਾ ਕੇ ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਠੱਗਣ ਵਾਸਤੇ ਉੱਥੇ ਰਿਹਾਇਸ਼ ਦਿੰਦਾ ਸੀ। ਔਰ ਇੱਕ ਮੰਦਰ ਵੀ ਬਣਾਇਆ ਸੀ, ਇੱਕ ਮਸਜਿਦ ਬਣਾਈ ਸੀ। ਆਪ ਹੀ ਵੈਸ਼ਨਵ ਦਾ ਭੇਖ, ਤਿਲਕ ਛਾਪੇ ਲਾ ਕੇ ਲੋਕਾਂ ਨੂੰ ਭੁਲੇਖਾ ਪਾਉਂਦਾ, ਚਿੱਟੇ ਕੱਪੜੇ ਪਾ ਕੇ। ਲੋਕ ਇਹਨੂੰ ਪੰਡਤ ਵੇਖ ਕਰਕੇ ਭਰਮ ਜਾਂਦੇ, ਅਤੇ ਜਿਹੜਾ ਵੀ ਕੋਈ ਆਉਂਦਾ ਉਹਦੇ ਕੱਪੜੇ ਲਾ ਕੇ ਉਹਨੂੰ ਲੁੱਟ ਲੈਂਦਾ, ਪੁੱਠਾ ਟੰਗ ਕੇ ਉਹਨੂੰ ਕੁੱਟ ਮਾਰ ਕਰਕੇ ਅਤੇ ਮਾਰ ਕੇ ਸੁੱਟ ਦਿੰਦਾ ਸੀ। ਭਾਈ ਮਰਦਾਨਾ ਜੀ ਜਦ ਖੁਰਮੇ ਸ਼ਹਿਰ ਵਿਖੇ ਚੜ੍ਹਾਈ ਕਰ ਗਏ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਲਵੰਡੀ ਨਗਰ ਉਹਨਾਂ ਦੇ ਸੁਪੁੱਤਰ ਸ਼ਹਿਜ਼ਾਦੇ ਨੂੰ ਨਾਲ ਲੈ ਕੇ ਆਖਿਆ, ਚੱਲ ਤੈਨੂੰ ਤੇਰੇ ਪਿਤਾ ਦੇ ਅਸਥਾਨ 'ਤੇ ਬਿਠਾ ਲਈਏ। ਜਦ ਮਹਾਰਾਜ ਨਾਲ ਲੈ ਕੇ ਆ ਰਹੇ ਸਨ ਤਾਂ ਤਲੰਬੇ ਸ਼ਹਿਰ ਦੇ ਵਿੱਚ ਉਹਨੂੰ ਪਿਆਸ ਨੇ ਤੰਗ ਕੀਤਾ। ਉਹ ਪਾਣੀ ਪੀਣ ਵਾਸਤੇ ਗਿਆ ਅਤੇ ਸੱਜਣ ਠੱਗ ਦੇ ਕਾਬੂ ਆ ਗਿਆ। ਕੱਪੜੇ ਬੜੇ ਸੋਹਣੇ ਉਹਨੇ ਪਾਏ ਸੀ, ਉਹ ਵਿਚਾਰੇ ਦੇ ਕੱਪੜੇ ਲਵਾ ਕੇ ਉਹਨੂੰ ਪੁੱਠਾ ਟੰਗਤਾ। ਪਾਣੀ ਦਾ ਕੀ ਪਿਉਣਾ ਸੀ, ਉਹਨੂੰ ਤਾਂ ਆਪਦੀ ਜਾਨ ਦੇ ਲਾਲੇ ਪੈ ਗਏ। ਫਿਰ ਮਹਾਰਾਜ ਨੂੰ ਉਹਨੇ ਯਾਦ ਕੀਤਾ ਤਾਂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਬਾਲਾ ਜੀ ਚਲੋ ਸਜਾਦੇ ਨੂੰ ਛਡਾ ਕੇ ਲੈ ਕੇ ਆਈਏ। ਸੱਜਣ ਠੱਗ ਨੂੰ ਕਹਿਣ ਲੱਗੀ, ਉਹ ਸੱਜਣਾ ਸਾਡਾ ਬੰਦਾ ਇੱਥੇ ਆਇਆ, ਕਿੱਥੇ ਆ ਤੂੰ, ਕਿੱਥੇ ਲੁਕਾਇਆ? ਕਹਿੰਦਾ ਜੀ ਮੈਨੂੰ ਕੀ ਪਤਾ। ਮਾਰੇ ਕਹਿੰਦੇ ਹੁਣੇ ਤਾਂ ਇੱਧਰ ਨੂੰ ਆਇਆ ਸੀ। ਕਹਿੰਦੇ ਇੱਧਰ ਆਇਆ ਤਾਂ ਇੱਧਰ ਹੀ ਹੋਊਗਾ, ਮੈਂ ਤਾਂ ਨਹੀਂ ਵੇਖਿਆ। ਬਾਕੀ ਤੁਸੀਂ ਵੇਖ ਲਓ ਜੇ ਤੁਹਾਡਾ ਲੱਭਦਾ ਬੰਦਾ। ਅੰਤਰਜਾਮੀ ਮਹਾਰਾਜ ਨੇ ਭਾਈ ਬਾਲੇ ਨੂੰ ਆਖਿਆ ਕਿ ਆਓ ਕਮਰੇ 'ਚ ਜਾ। ਉਹਨੂੰ ਵਿਚਾਰੇ ਨੂੰ ਭਾਈ ਬਾਲੇ ਜੀ ਨੇ ਹੇਠਾਂ ਲਾਇਆ ਅਤੇ ਆਪਦੇ ਉੱਪਰ ਦਾ ਬਸਤਰ ਦੇ ਕੇ ਉਹਨੂੰ ਢੱਕ ਕੇ ਮਹਾਰਾਜ ਦੇ ਕੋਲ ਲਿਆਂਦਾ। ਕਹਿਣ ਲੱਗਾ, ਮਹਾਰਾਜ ਇਹ ਬੜਾ ਕਸਾਈ ਬੰਦਾ ਜੇ, ਇਹ ਬੜਾ ਬੁਰਾ ਬੰਦਾ। ਉਹ ਇਹਨੇ ਤਿਲਕ ਲਾਏ ਹੋਏ ਨੇ, ਬਣਦਾ ਪੰਡਤ ਹੈ ਪਰ ਹੈ ਇਹ ਮਹਾਰਾਜ ਠੱਗ। ਮਹਾਰਾਜ ਕਹਿੰਦੇ, ਦੱਸ ਹੋਏ ਕਿਉਂ ਤੂੰ ਇਸ ਤਰ੍ਹਾਂ ਕਰਦਾ ਹੈ? ਉਹ ਕੰਬਣ ਲੱਗ ਪਿਆ ਵਿਚਾਰਾ। ਕਹਿੰਦਾ ਜੀ ਮਾਫ਼ ਕਰੋ, ਮੈਨੂੰ ਉਪਦੇਸ਼ ਬਖਸ਼ੋ। ਤਾਂ ਸੱਚੇ ਪਾਤਸ਼ਾਹ ਜੀ ਉਹਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੂਹੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਭਾਮਨ ਸ਼ਬਦ ਉਚਾਰਿਆ ਹੈ। ਛੇਵੇਂ ਸੁਰ ਤਾਲ ਦੇ ਵਿੱਚ ਹੈ ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਚਲੋ ਕਹਿਆ ਚਿਲਕਣਾ, ਇਹ ਸੱਜਣਾ ਜਿਵੇਂ ਕਹਿਣ ਦਾ ਭਾਂਡਾ ਬੜਾ ਚਿੱਟਾ ਅਤੇ ਚਮਕੀਲਾ ਹੁੰਦਾ ਹੈ। ਟਿਮ ਕਾਲੜੀ ਮਸ, ਪਰ ਉਸ ਨੂੰ ਘਸਾਉਣ ਦੇ ਨਾਲ ਉਹਦੇ ਵਿੱਚੋਂ ਕਾਲੀ ਸਿਆਹੀ ਹੋਈ ਨਿਕਲਦੀ ਹੈ। ਜਿਹੜੇ ਕਰਮਕਾਂਡੀ ਲੋਕ ਨੇ ਕਹਿਣ ਦੇ ਭਾਂਡੇ ਵਿੱਚ ਅੰਨ ਪਦਾਰਥ ਇਸੇ ਲਈ ਨਹੀਂ ਛਕਦੇ ਕਿਉਂਕਿ ਉਹਨੂੰ ਧੋਣ ਨਾਲ ਉਹਦੇ ਵਿੱਚੋਂ ਕਾਲਖ ਰੂਪ ਜੋਠ ਨਹੀਂ ਉਤਰਦੀ। ਸੋ ਜਿਵੇਂ ਜਿਵੇਂ ਉਹਨੂੰ ਮਾਂਜੀਏ, ਜਿਵੇਂ ਜਿਵੇਂ ਧੋਈਏ, ਜਿੰਨਾ ਮਰਜ਼ੀ ਕੱਪੜਾ ਮਾਰ ਕੇ ਸਾਫ਼ ਕਰੀਏ, ਮੁੜ ਕੇ ਉਂਗਲਾਂ ਮਾਰੀਏ ਅਤੇ ਉਹ ਕਾਲਖ ਲੱਗਦੀ ਹੈ ਹੱਥ ਨੂੰ। ਇਉਂ ਕਹਿੰਦਾ ਭਾਂਡਾ ਸਾਫ਼ ਨਹੀਂ ਹੁੰਦਾ। ਟਿਮ ਕਾਲੜੀ ਮਸ, ਉਸ ਨੂੰ ਘਸਾਉਣ ਦੇ ਨਾਲ ਕਾਲੀ ਸਿਆਹੀ ਹੋਈ ਨਿਕਲਦੀ ਹੈ। ਝੂਠ ਨਾ ਉਤਰੈ, ਤੋਤਿਆਂ ਉਹਦੇ ਵਿੱਚੋਂ ਕਾਲਖ ਰੂਪ ਝੂਠ ਨਹੀਂ ਉਤਰਦੀ। ਜੀ ਸੌ ਧੂਆਂ ਤਿਸ, ਜੇਕਰ ਉਸ ਭਾਂਡੇ ਨੂੰ
ਸੈਂਕੜੇ ਵਾਰ ਵੀ ਭਾਵੇਂ ਧੋਣਾ ਕਰੀਏ, ਉਹਦੇ ਵਿੱਚੋਂ ਕਾਲਖੀ ਕਾਲਖ ਨਿਕਲਦੀ ਰਹਿੰਦੀ ਹੈ। ਕਹਿਣ ਦਾ ਭਾਂਡਾ ਹਜ਼ਾਰਾਂ ਵਾਰ ਮਾਂਜਣ ਤੋਂ ਵੀ ਸੁੱਚਾ ਨਹੀਂ ਹੁੰਦਾ, ਕਾਲਖ ਜੂ ਹੈ। ਅਤੇ ਸੋਨੇ ਦਾ ਭਾਂਡਾ ਕਹਿੰਦੇ ਕਦੀ ਜੂਠਾ ਨਹੀਂ ਹੁੰਦਾ, ਉਹ ਸੁੱਚਾ ਹੀ ਹੈ। ਅਤੇ ਜਿਹੜੇ ਸਰਬਲੋ ਦੇ ਭਾਂਡੇ ਨੇ, ਜੇ ਕੋਈ ਕਿਰਿਆ ਵੀ ਲੈ ਜਾਏ ਤਾਂ ਵੀ 2-4 ਵਾਰ ਮਾਂਜ ਕੇ ਲੰਗਰ ਦੇ ਵਿੱਚ ਵਰਤੇ ਜਾ ਸਕਦੇ ਨੇ। ਜਿਹੜਾ ਮਿੱਟੀ ਦਾ ਭਾਂਡਾ ਹੈ, ਇਹਦੇ ਵਿੱਚ ਜੇ ਜੂਠਾ ਹੱਥ ਵੀ ਪਾ ਕੇ ਇਹਨੂੰ ਧੋ ਦਿੱਤਾ, ਖਾਸ ਕਰਕੇ ਜਿਸ ਘੜੇ ਵਿੱਚ ਕੁੰਭ ਦਾ ਜਲ ਰੱਖੀਦਾ ਅਖੰਡ ਪਾਠ ਸਾਹਿਬ ਵਕਤ, ਉਹ 'ਚ ਹੱਥ ਮਾਰ ਕੇ ਨਹੀਂ ਧੋਈਦਾ। ਮਿੱਟੀ ਦਾ ਭਾਂਡਾ ਇੱਕ ਵਾਰ ਜੂਠਾ ਹੋ ਜਾਏ, ਉਹ ਮੁੜ ਕੇ ਮਾਂਜਿਆਂ ਵੀ ਸੁੱਚਾ ਨਹੀਂ ਹੁੰਦਾ, ਉਹਨੂੰ ਭੰਨਣਾ ਪੈਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਇਹ ਦ੍ਰਿਸ਼ਟਾਂਤ ਦੇ ਕੇ ਹੁਣ ਦਾ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਨੇ। ਜਲ ਕਹਿਆ ਚਿਲਕਣਾ, ਕਹਿੰਦੇ ਭਾਂਡੇ ਵਾਂਗ ਤੂੰ ਉੱਪਰੋਂ ਤਾਂ ਬਹੁਤ ਚਿੱਟੇ ਅਤੇ ਚਮਕੀਲੇ ਕੱਪੜੇ ਪਹਿਨੇ ਹੋਏ ਹਨ, ਐ ਚਿੱਟਾ ਕੁੱਕੜ ਕਿਤੇ ਦਾਗ ਨਹੀਂ ਲੱਗਣ ਦਿੰਦਾ, ਭਾਵ ਬਾਹਰੋਂ ਦਾ ਮਹਾਤਮਾ ਦਿਖਦਾ ਹੈ। ਕੋਟਿਮ ਕਾਲੜੀ ਮਸ, ਪਰ ਜਦ ਤੈਨੂੰ ਘੋਟੀਏ, ਭਾਵ ਤੇਰੇ ਜੀਵਨ ਦੀ ਵਿਚਾਰ ਕਰੀਏ, ਤਾਂ ਵਿੱਚੋਂ ਪਾਪਾਂ ਦੀ ਕਾਲੀ ਸਿਆਹੀ ਹੋਈ ਨਿਕਲਦੀ ਹੈ। ਸਾਨੂੰ ਵੀ ਸ਼ਰਮ ਆ ਰਹੀ ਹੈ ਕਥਾ ਕਰਦੇ ਹਾਂ, ਕੱਪੜੇ ਤਾਂ ਸਾਡੇ ਵੀ ਚਿੱਟੇ ਨੇ, ਮਹਾਰਾਜ ਮਾਫ ਕਰਨ। ਚਿੱਟੇ ਕੱਪੜੇ ਪਾਉਣੇ ਵੈਸੇ ਸੌਖੇ ਬੜੇ ਨੇ, ਵੇਖਣ ਵਾਲਾ ਸਮਝਦਾ ਵੀ ਇਹ ਬਾਬੇ ਵਿਹਲੇ ਬੈਠੇ ਰਹਿੰਦੇ ਨੇ। ਚਿੱਟੇ ਕੱਪੜੇ ਪਾਉਣ ਵਾਲਿਆਂ ਨੂੰ ਦੇਸੀ ਘਿਓ ਦੇ ਪ੍ਰਸ਼ਾਦੇ, ਸੋਹਣੀ ਬੜੀ ਸਬਜ਼ੀ ਭਾਜੀ ਮਠਿਆਈਆਂ ਦੇਸੀ ਘਿਓ ਦੀਆਂ, ਵਿਹਲਿਆਂ ਨੂੰ ਖਾਣ ਨੂੰ ਮਿਲਦਾ, ਕੰਮ ਕਰਨਾ ਨਹੀਂ ਪੈਂਦਾ। ਉਲਟਾ ਪੈਸੇ ਬੋਝੀਆਂ ਦੇ ਵਿੱਚ ਇਹ ਕੰਮ ਬੜਾ ਸੌਖਾ ਹੈ। ਇਸ ਲਈ ਕਈ ਵੇਖਾ ਵੇਖੀ ਵੀ ਚਿੱਟਾ ਚੋਲਾ ਪਾ ਲੈਂਦੇ ਨੇ। ਹਾਸੇ ਦੀ ਗੱਲ ਹੈ, ਇੱਕ ਨੌਜਵਾਨ ਮੁੰਡਾ ਪਤਾ ਨਹੀਂ ਘਰਦਿਆਂ ਤੋਂ ਜਾਂ ਪੜ੍ਹਾਈ ਤੋਂ ਤੰਗ ਹੋਇਆ, ਬਟਾਲੇ ਸ਼ਹਿਰ ਦੀ ਗੱਲ ਹੈ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੇ ਘਰ ਗਏ। ਉਹ ਮੁੰਡਾ ਖਹਿੜੇ ਪੈ ਗਿਆ ਜੀ। ਉਹ ਤਾਂ ਕਹੇ ਮੈਂ ਬਾਬਾ ਜੀ ਨੇ ਜਾਣਾ, ਮਾਂ ਪਿਓ ਭੇਜਣ। ਇਕੱਲਾ ਇਕੱਲਾ ਮੁੰਡਾ ਸੀਗਾ, ਉਹ ਤਾਂ ਰੋ ਪਿਆ ਜੀ, ਕਹਿੰਦਾ ਮੈਂ ਤਾਂ ਜਾਣਾ ਹੀ ਆ ਨਾਲ, ਮੈਨੂੰ ਵੀ ਝੋਲਾ ਪਵਾਓ। ਅਤੇ ਮਹਾਂਪੁਰਖ ਕਹਿਣ ਲੱਗੇ ਉਹਨਾਂ ਦੇ ਮਾਂ ਪਿਓ ਨੂੰ ਵੀ ਜੇ ਜਿੱਦ ਕਰਦਾ ਹੈ ਅਤੇ ਥੋੜ੍ਹੇ ਦਿਨ ਇਹਨੂੰ ਰਹਿ ਕੇ ਵੇਖ ਲੈਣ ਦਿਓ ਬਈ। ਕਹਿੰਦੇ ਭਾਈ ਗੁਰਮੁਖਾ, ਫਿਰ ਸਾਡੇ ਨਾਲ ਹੀ ਰਹਿਣਾ ਪਊਗਾ ਦਿਨ ਰਾਤ, ਅਤੇ ਸਾਡੇ ਕਹਿਣੇ ਦੇ ਵਿੱਚ ਚੱਲਣਾ ਪਏਗਾ ਅਤੇ ਮਰਜ਼ਾਦਾ ਵਿੱਚ ਰਹਿਣਾ ਪਏਗਾ। ਕਹਿੰਦਾ ਜੀ ਸਤ ਬਚਨ। ਮਾਂ ਪਿਓ ਕਹਿੰਦੇ ਜੀ 2 ਮਹੀਨੇ ਦੀਆਂ ਛੁੱਟੀਆਂ ਨੇ, ਜੇ ਇਹਦਾ ਜੀਅ ਲੱਗ ਗਿਆ ਫਿਰ ਚਲੋ ਭਲਾ ਹੀ ਹੈ। ਉਹ ਜੀ ਬੱਸ 'ਚ ਬਹਿ ਗਿਆ ਛਾਲ ਮਾਰ ਕੇ ਖੁਸ਼ੀ ਖੁਸ਼ੀ। ਅਤੇ ਮਹਾਂਪੁਰਖਾਂ ਦਾ ਸੁਭਾਅ ਸੀਗਾ, ਜਿਹੜਾ ਵੀ ਕੋਈ ਪਿਆਰ ਨਾਲ ਆਖਦਾ, ਖਾਂਦੇ ਤਾਂ ਕੁਛ ਨਹੀਂ ਸਨ, ਨਾ ਚਾਹ ਪੀਣੀ ਨਾ ਦੁੱਧ ਪੀਣਾ, ਕਿਸੇ ਦੇ ਘਰੋਂ ਨਾ ਕੁਝ ਖਾਣਾ। ਉਹ ਸੰਗਤਾਂ ਦੇ ਪਿਆਰ ਦੇ ਸਦਕਾ ਕਹਿਣਾ ਆਓ ਜੀ ਚਰਨ ਪਾਓ, ਅਤੇ ਕਹਿਣਾ ਚਲੋ ਬਈ ਸਿੰਘਾਂ ਸਮੇਤ, ਜੇਕਰ ਕੁਝ ਉਹਨਾਂ ਬਣਾਇਆ ਹੋਣਾ ਸੰਗਤਾਂ ਨੂੰ ਵਰਤਾ ਦੇਣਾ। ਇੱਕ ਘਰੋਂ ਦੂਜੇ ਘਰ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ। ਅਜੇ ਮਸਾਂ ਕੰਮ ਸਮਾਪਤ ਹੋਇਆ ਸੀ ਕਿ ਸ਼ਾਮਾਂ ਦੇ ਦੀਵਾਨ ਦਾ ਟਾਈਮ ਹੋ ਗਿਆ। ਲਾਗੇ ਹਰਚੋਵਾਲ ਅਤੇ ਬੁੱਟਰ ਆਦਿਕ ਲਾਗੇ ਲਾਗੇ ਪਿੰਡਾਂ 'ਚ ਕਥਾ ਦਾ ਪ੍ਰੋਗਰਾਮ ਸੀਗਾ। ਚਲੋ ਜੀ ਸ਼ਾਮ ਦੇ ਦੀਵਾਨ 'ਚ ਹਾਜ਼ਰੀ ਭਰੋ। ਮਹਾਂਪੁਰਖਾਂ ਦਾ ਸੁਭਾਅ ਸੀਗਾ, ਉਹ ਕੀਰਤਨ ਸੁਣਿਆ ਕਰਦੇ, ਨਾਲ ਮਹਾਰਾਜ ਨੂੰ ਚੌਰ ਕਰਨ ਲੱਗ ਪੈਣਾ।
ਉਹ ਰਾਤ ਦੇ 9-10 ਵੱਜ ਜਾਣੇ ਕਥਾ ਕੀਰਤਨ ਕਰਦੇ ਆ, ਰੋਟੀ ਪਾਣੀ ਖਾਂਦੇ ਆ, ਘਰਾਂ ਵਿੱਚ ਜਾਂਦੇ ਆ। 10 ਕੁ ਵਜੇ ਗੱਡੀ ਮਹਿਤੇ ਲਾਈ ਅਤੇ ਕਰਦਿਆਂ ਕਰਾਉਂਦਿਆਂ ਉਹ ਮੁੰਡਾ ਤਾਂ ਵਿਚਾਰਾ ਸੌਣ ਦੀ ਜਗ੍ਹਾ ਲੱਭੇ, ਉੱਧਰੋਂ 12 ਵੱਜ ਗਏ। ਮਾੜੇ ਕਰਮਾਂ ਨੂੰ ਵੱਜਣੇ ਹੀ ਸੀਗੇ। ਮਹਾਂਪੁਰਖ ਉੱਠ ਕੇ ਬਹਿ ਗਏ, ਇਸ਼ਨਾਨ ਪਾਣ ਕਰਕੇ ਕਹਿੰਦੇ ਚਲੋ ਬਈ ਦਰਬਾਰ ਸਾਹਿਬ। ਉਹ ਵਿਚਾਰਾ ਜੇ ਜਗ੍ਹਾ ਹੀ ਲੱਭਦਾ ਫਿਰੇ, ਬਾਕੀ ਦਾ ਮਾੜਾ ਮੋਟਾ ਸੌਂ ਸਾਂ ਗਏ। ਉਹਨਾਂ ਬੱਸ 'ਚ ਵੀ ਝੋਕਾ ਮਾਰ ਲਈਆਂ। ਆਮ ਬੰਦਾ ਜਿਹੜਾ ਚੰਗੀ ਤਰ੍ਹਾਂ ਘਰ ਦੇ ਵਿੱਚ ਰਹਿਣਾ ਗੇ, ਜੇ ਉਹਨੂੰ ਜਿੰਨਾ ਚਿਰ ਬਿਸਤਰਾ ਨਾ ਮਿਲੇ ਉਹਨਾਂ ਚਿਰ ਨੀਂਦ ਨਹੀਂ ਆਉਂਦੀ। ਦਰਬਾਰ ਸਾਹਿਬ 3 ਪਹਿਰੇ ਦੀ ਚੌਂਕੀ ਹਾਜ਼ਰੀ ਭਰੀ। ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਮਹਾਂਪੁਰਖ ਬਾਹਰ ਆਇਆ ਕਰਦੇ ਸਨ। ਉਹਦੇ ਤੋਂ ਬਾਅਦ ਫਿਰ ਚੱਲੋ ਪ੍ਰੋਗਰਾਮਾਂ ਦੇ, ਕਥਾ ਕੀਰਤਨ ਦਾ ਦੀਵਾਨ, ਦਿਨ ਦਾ ਫਿਰ ਉਹੀ ਪ੍ਰੋਸੀਜਰ, ਕਦੀ ਕਿਤੇ, ਸ਼ਾਮਾਂ ਨੂੰ ਫਿਰ ਦੀਵਾਨ। ਰਾਤ ਪਈ, ਪ੍ਰਸ਼ਾਦਾ ਪਾਣੀ ਛਕਿਆ, ਘੰਟਾ 1.5 ਘੰਟਾ ਰੈਸਟ ਹੋਈ, ਚੱਲੋ ਦਰਬਾਰ ਸਾਹਿਬ। ਉਹ ਤਾਂ ਅੱਖਾਂ ਉਹਦੀਆਂ ਲਾਲ ਸੁਰਖ ਵਿਚਾਰੇ ਦੀਆਂ ਰੋੜ ਪਏ ਰੜਕਣ, ਅਤੇ ਹੁਣ ਚੀਜ਼ ਅੰਦਰ ਨੂੰ ਕਿੱਥੇ ਜਾਏ, ਬੜਾ ਔਖਾ ਹੋ ਗਿਆ। ਮੁੜ ਕੇ ਤਾਂ ਤਰਲੇ ਮਾਰੇ ਜੀ ਮੈਨੂੰ ਘਰ ਛੱਡ ਆਓ। ਕਹਿੰਦੇ ਨਹੀਂ ਭਾਈ ਸਾਡੇ ਕੋਲ ਰਹਿ। ਉਹ ਮਸਾਂ ਹੀ 10-12 ਦਿਨ ਉਹਨੇ ਕੱਟੇ। ਉਹ ਘਰ ਦੀ ਛੁੱਟੀ ਮੰਗੇ, ਬਾਬਾ ਜੀ ਜਾਣ ਨਾ ਦੇਣ, ਬਾਰ-ਬਾਰ ਇਹੀ ਗੱਲ ਕਹਿਣ ਵੀ 2 ਕੁ ਮਹੀਨੇ ਰਹਿ ਪਾ, ਤੂੰ ਮੇਰੇ ਨਾਲ 2 ਕੁ ਮਹੀਨੇ ਰਹਿ ਪਾ। ਉਹ ਸਮਝਦੇ ਰਹੇ ਕਿ ਪਤਾ ਨਹੀਂ 2 ਮਹੀਨੇ ਛੁੱਟੀਆਂ ਦੇ ਕਹਿ ਰਹੇ ਨੇ, ਪਰ ਪਤਾ ਉਦੋਂ ਲੱਗਾ ਉਹ ਮੁੰਡਾ ਜਿੱਦ ਕਰਕੇ ਮੁੜ ਕੇ ਰਿਹਾ ਗਿਆ ਨਹੀਂ, ਕਿਉਂਕਿ ਸੌਣਾ ਹੀ ਨਹੀਂ ਸੀ ਮਿਲਦਾ। ਬੇਰਾਮੀ ਉਹ ਘਰ ਆ ਗਿਆ। 2 ਮਹੀਨਿਆਂ ਬਾਅਦ ਬਾਬਾ ਜੀ ਸੰਨ 2004 ਦੀ ਗੱਲ ਹੈ, 22 ਦਸੰਬਰ ਨੂੰ, ਆਪਣਾ 24 ਦਸੰਬਰ ਨੂੰ ਮਹਾਂਪੁਰਖ ਚੜ੍ਹਾਈ ਕਰ ਗਏ। ਅਤੇ ਉਹ ਮੁੜ ਕੇ ਮੁੰਡਾ ਬੜਾ ਰੋਏ ਵੀ ਜੇ ਮੈਂ ਬਾਬਾ ਜੀ ਦੀ ਆਖੇ ਲਾ ਕੇ 2 ਮਹੀਨੇ ਸੰਗਤ ਕਰ ਲੈਂਦਾ, ਮੇਰੇ ਬੇੜੇ ਪਾਰ ਹੋ ਜਾਣੇ ਸੀ। ਉਹ ਬਾਅਦ 'ਚ ਉਹਨੂੰ ਪਤਾ ਲੱਗਾ ਵੀ ਮਹਾਂਪੁਰਖ ਇੰਨੇ ਪਿਆਰ ਨਾਲ ਕਿਉਂ ਕਹਿ ਰਹੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਵੇਖਾ ਵੇਖੀ ਚੋਲਾ ਪਾ ਲੈਣਾ ਇਹ ਤਾਂ ਬੜਾ ਸੌਖਾ ਹੈ, ਪਰ ਜੋ ਚੋਲੇ ਵਾਲਿਆਂ ਦੇ ਗੁਣ ਹੁੰਦੇ ਨੇ, ਗੁਰਬਾਣੀ ਦਾ ਨਿਤਨੇਮ ਕਰਨਾ, ਔਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਕਥਾ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ, ਸੰਗਤ ਦੀ ਸੇਵਾ ਦੇ ਵਿੱਚ ਵਿਚਰਨਾ, ਇਹ ਗੁਣ ਬੜੇ ਔਖੇ ਨੇ। ਜਾਂ ਮਰਿਆਦਾ ਵਿੱਚ ਰਹਿਣਾ ਬੜਾ ਔਖਾ ਹੈ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਕਾਫੀ ਸਮਾਂ ਕਥਾ ਕੀਤੀ ਅਤੇ ਬਾਅਦ ਵਿੱਚ ਸਿੰਘ ਸਾਹਿਬੀ ਤੋਂ ਰਿਟਾਇਰ ਹੋਏ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਟਕਸਾਲ ਦੇ ਵੱਲੋਂ ਛਪੀ ਹੈ। ਉਹ ਕਿਤਾਬ ਦਾ ਟਾਈਟਲ ਹੀ ਇਹ ਹੈ, ਉਹਦਾ ਨਾਂ ਹੀ ਇਹ ਹੈ, ਚਿੱਟਾ ਚੋਲਾ। ਭਾਵ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜੀਵਨ ਦੇ ਆਧਾਰਿਤ ਉਹਨਾਂ ਨੇ ਬੁੱਕ ਲਿਖੀ ਹੈ। ਉਹਦਾ ਨਾਂ ਹੀ ਚਿੱਟਾ ਚੋਲਾ ਰੱਖਿਆ ਕਿ ਮਹਾਂਪੁਰਖਾਂ ਨੇ ਚਿੱਟੇ ਚੋਲੇ ਨੂੰ ਦਾਗ ਨਹੀਂ ਲੱਗਣ ਦਿੱਤਾ। ਚਿੱਟਾ ਕੱਪੜਾ ਪਾਉਣਾ ਸੌਖਾ, ਪਰ ਉਹਨੂੰ ਦਾਗ ਤੋਂ ਬਚਾਉਣਾ ਬੜਾ ਔਖਾ ਹੈ। ਮਾੜਾ ਮੋਟਾ ਵੀ ਸੱਜੇ ਖੱਬੇ ਖਹਿ ਗਿਆ, ਬਾਅਦ ਵਿੱਚ ਉਹ ਸਾਫ਼ ਨਹੀਂ ਹੁੰਦਾ। ਤੋ ਇੰਝ ਇਹ ਦੁਨੀਆ ਦੇ ਵਿੱਚ ਚਿੱਕੜ ਹੀ ਚਿੱਕੜ ਹੈ। ਬਾਰਿਸ਼ ਪਈ ਹੋਵੇ ਅਤੇ ਬੰਦੇ ਦਾ ਪੈਰ ਕਿਤੇ ਤਿਲਕ ਜਾਏ ਮਾੜੇ ਕਰਮਾਂ ਨੂੰ, ਅਤੇ ਪਾਇਆ ਹੋਵੇ ਚਿੱਟਾ ਚੋਲਾ, ਕਰਨੀ ਹੋਵੇ ਕਥਾ, ਅਤੇ ਰਾਹ 'ਚ ਡਿੱਗਿਆ ਹੋਵੇ, ਕਿਉਂਕਿ ਮੂੰਹ ਚੁੱਕਿਆ ਸੀ ਤਾਂ ਉਹਨੂੰ ਠਾਂ ਵੇਖਿਆ ਹੀ ਨਹੀਂ। ਲੋਕ ਵੇਖਣ ਵਾਲੇ ਹੱਸਣਗੇ ਵੀ ਆ ਚੰਗਾ ਬਾਬਾ, ਇਹਨੂੰ ਤੁਰਨ ਦੀ ਜਾਚ ਵੀ ਨਹੀਂ। ਕਈ ਮੇਰੇ ਵਰਗਿਆਂ ਨੂੰ ਜੁੱਤੀ ਪਾਉਣ ਦੀ ਜਾਚ ਨਹੀਂ ਹੁੰਦੀ, ਉਹ ਚੱਪਲਾਂ ਜੀਆਂ ਪਾ ਲੈਣਗੇ
ਪਟਾਕ ਪਟਾਕ ਮਾਰੀ ਜਾਣਗੇ, ਉਹ ਪੈਰਾਂ ਨਾਲ ਵੱਜ ਕੇ ਜੋ ਮਿੱਟੀ ਘਟਾ ਮਰ ਜੋ ਚੱਕੜ ਸਭ ਲੱਤਾਂ ਖੁੱਚਾਂ ਦਾ ਸਭ ਚੋਲੇ ਨੂੰ ਗੰਦਾ। ਉਹ ਮਹਾਰਾਜ ਦੀ ਹਜ਼ੂਰੀ 'ਚ ਕੀ ਬਹਿਣਾ ਫਿਰ ਦੱਸੋ, ਪਹਿਲਾਂ ਹੀ ਸਭ ਕੁਝ ਬਰਬਾਦ ਹੋ ਗਿਆ। ਇਹ ਕੱਪੜਿਆਂ ਨੂੰ ਸਾਂਭਣਾ ਬੜਾ ਔਖਾ, ਦੁਨੀਆ ਵਿੱਚ ਚੱਲਣਾ ਬੜਾ ਔਖਾ ਹੈ। ਲੋਕ ਤਾਂ ਪਹਿਲਾਂ ਹੀ ਮਖੌਲ ਭਾਲਦੇ ਨੇ ਵੀ ਬੰਦਾ ਡਿੱਗੇ ਚੁੱਕਣਗੇ ਨਹੀਂ ਸਾਡੇ ਬੰਦੇ, ਉਹਦੇ ਵੱਲ ਵੇਖੀ ਜਾਣਗੇ। ਇਹ ਨਹੀਂ ਵੀ ਉਹਨੂੰ ਚੁੱਕ ਕੇ ਉਠਾਈਏ ਕਿਤੇ ਉਹਦੀ ਮਲਮ ਪੱਟੀ ਲਈ ਹੌਸਪੀਟਲ ਲਿਜਾਈਏ, ਵੇਖਣਗੇ ਵੀ ਘੜੀ ਕਿੱਥੇ ਉਹਦੀ ਡਿੱਗੀ ਹੈ, ਬਟੂਆ ਕਿਹੜੇ ਪਾਸੇ ਪਿਆ, ਸਾਈਕਲ ਜਾਂ ਮੋਟਰਸਾਈਕਲ ਕਿਵੇਂ ਪਾਸੇ ਕਰੀਏ। ਤੋ ਇਹ ਸਾਡਾ ਸੁਭਾਵ ਹੈ। ਇੰਝ ਹੀ ਸੰਸਾਰ ਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਚਿੱਕੜ ਹੋਇਆ ਪਿਆ ਹੈ। ਚਿੱਟੇ ਚੋਲੇ ਦੀ ਤਰ੍ਹਾਂ ਆਪਦੇ ਦਾਮਨ ਨੂੰ ਆਪਦੇ ਜੀਵਨ ਨੂੰ ਬਚਾ ਕੇ ਰੱਖਣਾ ਬੜਾ ਔਖਾ ਹੈ, ਚੋਰੀ ਤੋਂ ਅਤੇ ਯਾਰੀ ਤੋਂ। ਬਾਕੀ ਮਾੜੀਆਂ ਮੋਟੀਆਂ ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ, ਉਹ ਮਾਫ ਵੀ ਹੋ ਜਾਂਦੀਆਂ। ਇੱਕ ਚੋਰੀ ਅਤੇ ਇੱਕ ਯਾਰੀ, ਇਹ ਦੋ ਗਲਤੀਆਂ ਮਾਫ ਨਹੀਂ ਹੁੰਦੀਆਂ। ਤੋ ਇਸ ਵਾਸਤੇ ਮਹਾਰਾਜ ਨੇ ਸਮਝਾਇਆ ਹੈ ਕਿ ਗੁਰਮੁਖੋ ਚੱਲੇ ਤੁਸੀਂ ਗੁਰਦੁਆਰੇ ਹੋ, ਕਰਨੀ ਕਥਾ, ਮਹਾਰਾਜ ਦੀ ਹਾਜ਼ਰੀ ਭਰਨੀ ਹੈ ਅਤੇ ਇਹਨਾਂ ਕੁਕਰਮਾਂ ਤੋਂ ਬਚ ਕੇ ਰਹੋ। ਰੱਖ ਰੱਖ ਚਰਨ ਧਰੇ ਵਿਚਾਰੇ, ਬੜੇ ਬੜੇ ਵਿਚਾਰ ਦੇ ਨਾਲ ਐਨ ਸੋਚ ਸਮਝ ਕੇ ਚਰਨ ਰੱਖੋ। ਸਿਆਣਾ ਬੰਦਾ ਪਿਛਲਾ ਕਦਮ ਤਾਂ ਚੁੱਕਦਾ ਹੈ ਜੇ ਅਗਲਾ ਕਦਮ ਉਹਦਾ ਟਿਕ ਜਾਏ। ਜਿੰਨਾ ਚਿਰ ਅਗਲਾ ਪੈਰ ਨਹੀਂ ਟਿਕਿਆ ਉਹਨਾਂ ਚਿਰ ਪਿਛਲਾ ਪੈਰ ਨਹੀਂ ਉਹ ਚੁੱਕਦਾ, ਅਤੇ ਥਿਮ ਥਿਮ ਕੇ ਐਨ ਹਾਥੀ ਦੀ ਤਰ੍ਹਾਂ ਮਸਤ ਚਾਲ ਟਿਕਾ ਟਿਕਾ ਕੇ ਪੈਰ ਰੱਖਦਾ, ਬੜੇ ਧਿਆਨ ਦੇ ਨਾਲ। ਸ਼ੇਰ ਦੀ ਚਾਲ, ਸੱਜੇ ਵੀ ਵੇਂਹਦਾ, ਖੱਬੇ ਵੀ ਵੇਂਹਦਾ, ਪਿੱਛੇ ਵੀ ਵੇਂਹਦਾ, ਅੱਗੇ ਵੀ ਵੇਖਦਾ। ਕਹਿਣ ਤੋਂ ਭਾਵ ਭਗਤਾਂ ਨੂੰ ਲੋਕ ਸਮਝਦੇ ਵੀ ਇਹ ਭੋਲੇ ਭਾਲੇ ਨੇ, ਚੋਲਿਆਂ ਵਾਲੇ ਤਾਂ ਐਵੇਂ ਮੂਰਖ ਹੀ ਨੇ। ਦੁਕਾਨਦਾਰ ਵਧੀਆ ਚੀਜ਼ ਨਹੀਂ ਦਿਖਾਉਂਦਾ, ਇਹਨਾਂ ਕੋਲ ਕਿਹੜੇ ਪੈਸੇ ਨੇ ਜਾਂ ਇਹਨਾਂ ਕਿਹੜਾ ਦੇ ਦੇਣੇ ਨੇ। ਲੋਕ ਇਹ ਲਿਬਾਸ ਮੰਗਤਿਆਂ ਵਾਲਾ ਸਮਝਦੇ ਨੇ ਵੀ ਇਹ ਤਾਂ ਮੰਗਣ ਵਾਲੀ ਕੌਮ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਗੁਰਮੁਖੋ ਬੰਦੇ ਨੂੰ ਇਹ ਚੋਲਾ ਪਾ ਕੇ ਚੁਸਤ ਫੁਰਤ ਰਹਿਣਾ ਪੈਂਦਾ। ਦੁਨੀਆ ਦੇ ਨਾਲੋਂ 1000 ਗੁਣਾ ਸਿਆਣਪ ਦੇ ਨਾਲ ਆਪਦਾ ਜੀਵਨ ਬਚਾਉਣਾ ਪੈਂਦਾ। ਆਮ ਲੋਕ ਤਾਂ ਜਿੱਥੇ ਮਰਜ਼ੀ ਖੜ੍ਹੇ ਖਰੋੜਿਆਂ ਦਾ ਸੂਪ ਪੀਵੀ ਜਾਣਗੇ, ਗੋਲ ਗੱਪੇ ਖਾਈ ਜਾਣਗੇ। ਚੋਲੇ ਵਾਲਾ ਬੰਦਾ ਕਿਤੇ ਖੜ੍ਹਾ ਹੋਊਗਾ ਸਾਰਿਆਂ ਦਾ ਟਾਰਗੇਟ ਬਣ ਜਾਊਗਾ। ਨਾ ਤਾਂ ਕਿਤੇ ਬਹਿ ਸਕਦਾ, ਨਾ ਖਲੋ ਸਕਦਾ, ਨਾ ਕਿਸੇ ਨਾਲ ਬੋਲ ਸਕਦਾ ਹੈ, ਕਿਉਂਕਿ ਸਾਰੇ ਲੋਕ ਵਾਚ ਕਰਦੇ ਨੇ। ਇਸ ਲਈ ਚਿੱਟਾ ਚੋਲਾ ਪਾਉਣਾ ਸੌਖਾ, ਕੱਪੜਿਆਂ ਦੇ ਉੱਪਰ ਦਾਗ ਨਾ ਲੱਗ ਜਾਏ, ਇਹ ਗੱਲ ਤੋਂ ਬਚਾਉਣਾ ਬੜਾ ਔਖਾ ਹੈ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਰੱਖ ਰੱਖ ਚਰਨ ਧਰੇ ਵਿਚਾਰੀ, ਸਾਧ ਸੰਗਤ ਕਹਿ ਚੱਲੀ ਰਹੇ। ਇਹਨੂੰ ਵਿਸ਼ਿਆਂ ਵਿਕਾਰਾਂ ਦੇ ਚਿੱਕੜ ਤੋਂ ਬਚਾ ਕੇ ਰੱਖਣਾ ਕਰੋ। ਗੁਰਮਤਿ ਰਹਿਤ ਮਰਯਾਦਾ ਦੇ ਅਨੁਸਾਰ ਪੰਜਾਂ ਕਾਰਾਂ ਦੀ ਰਹਿਤ, ਇਹਦੇ ਵਿੱਚ ਪਰਪੱਕ ਰਹਿਣਾ, 4 ਬਜਰਕ ਰਹਿਤਾਂ ਤੋਂ ਬਚ ਕਰਕੇ ਰਹਿਣਾ, ਨਹੀਂ ਤਾਂ ਦੁਨੀਆ ਮਖੌਲ ਪਿਆ ਕਰੂਗੀ। ਕਬੀਰ ਸਾਹਿਬ ਜੀ ਕਹਿੰਦੇ ਨੇ ਬੜੀ ਚੁਸਤੀ ਫੁਰਤੀ ਨਾਲ ਰਹੋ ਭਾਈ। ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੇ ਮਾਹੇ, ਸੂਰੀ ਉੱਪਰ ਖੇਲਣਾ ਗਿਰੇ ਤਾਂ ਠਾਹਰ ਨਾਹੇ। ਇਹ ਸੂਲੀ ਦੇ ਉੱਪਰ ਖੇਡ ਖੇਡਣ ਦੀ ਤਰ੍ਹਾਂ, ਜੇ ਡਿੱਗ ਪਿਆ ਕਹਿੰਦੇ ਚੜ੍ਹ ਗਿਆ ਤਾਂ ਪਾਏਗਾ ਅੰਮ੍ਰਿਤ ਫਲ, ਡਿੱਗ ਗਿਆ ਤਾਂ ਚੱਕਣਾ ਚੂਰ ਹੈ, ਮੁੜ ਕੇ ਕੁਛ ਨਹੀਂ ਬਚਣਾ ਹੈ, ਸਭ ਕੁਝ ਖਤਮ ਹੋ ਜਾਣਾ ਹੈ। तो इस वास्ते आपदे दामन नूं बचा के रखो। ये गुरु साहब ने आग्या की है। 5 प्रकार की सिखी है। एक भेख दी, वेखा वेखी चिट्टा चोला पा लेना। महापुरख जथे विच कोई नवां सिंह भर्ती हुंदा, उन्होंने 2-4 महीने 6 महीने चोला नहीं सी पवाउंदे कि इनू सारा कुछ पता लग जाए, मर्यादा की समझ आ जाए, तो वेखण वाले नूं भी पता लगे भी ये बंदा नवां है। तो आपकी मर्जी के नाल ही बाणा धारण कर लेना। आ जिहड़े निहंग सिंह ने, निहंग सिंह
ਜਿਹੜਾ ਫਰਲਾ ਕੱਢਦਾ ਹੈ ਉਹਦੀ ਬੜੀ ਉੱਚੀ ਤੇ ਸੁੱਚੀ ਮਰਜ਼ਾਦਾ, ਇਸ ਲਈ ਫਰਲਾ ਕੋਈ ਮਹਾਂਪੁਰਖ ਦਿੰਦਾ ਹੈ। ਜਥੇਬੰਦੀ ਦਾ ਜਥੇਦਾਰ ਆਪਦੀ ਮਰਜ਼ੀ ਨਾਲ ਕੋਈ ਫਰਲਾ ਨਹੀਂ ਲੈ ਸਕਦਾ। ਫਰਲੇ ਵਾਲਾ ਸਿੰਘ ਆਪਦੀ ਦਸਤਾਰ ਨਹੀਂ ਲਾਉਂਦਾ, ਸਿਰ ਨੰਗਾ ਨਹੀਂ ਕਰਦਾ, ਮੋਢੇ ਨੰਗੇ ਨਹੀਂ ਕਰਦਾ, ਹਮੇਸ਼ਾ ਸਭ ਕੁਝ ਢੱਕ ਕੇ ਰੱਖਦਾ। ਅਤੇ ਜਦ ਸੌਂਦਾ ਹੈ ਤਾਂ ਫਰਲੇ ਨੂੰ ਨੀਵਾਂ ਨਹੀਂ ਹੋਣ ਦਿੰਦਾ, ਸਿਰਾਣੇ ਲਾ ਕੇ ਉੱਚਾ ਕਰਕੇ, ਸਿਰ 'ਤੇ ਭਾਰ ਨਹੀਂ ਚੁੱਕਦਾ। ਬਾਣੀ ਦੀ ਫਰਲੇ ਦੀ ਬਹੁਤ ਵੱਡੀ ਮਰਜ਼ਾਦਾ ਹੈ। ਜੋ ਵੇਖਾ ਵੇਖੀ ਭੇਖ ਧਾਰ ਕਰ ਲੈਣਾ, ਵੇਖਾ ਵੇਖੀ ਸਿੱਖੀ ਧਾਰਨ ਕਰ ਲੈਣੀ, ਇਹਦਾ ਕੋਈ ਬਹੁਤ ਵੱਡਾ ਗੁਣ ਨਹੀਂ ਹੈ। ਤੀਜੀ ਆ ਹਿਰਸ ਦੀ ਸਿੱਖੀ, ਲਾਲਚ ਦੇ ਵਿੱਚ ਵੀ ਖਾਣਾ ਪੀਣਾ ਵਧੀਆ ਹੈ, ਨੌਕਰੀ ਵਧੀਆ, ਪੈਸਾ ਧੇਲਾ ਵਧੀਆ, ਅਤੇ ਕੰਮ ਕੋਈ ਕਰਨਾ ਨਹੀਂ ਪੈਂਦਾ, ਉਹ ਲਾਲਚ ਬਸ ਇਸ ਮਹਿਕਮੇ 'ਚ ਆ ਜਾਣਾ। ਅਤੇ ਇਹ ਤਿੰਨ ਸਿੱਖੀਆਂ ਪ੍ਰਮਾਣ ਨਹੀਂ। ਦੋ ਪ੍ਰਕਾਰ ਦੀਆਂ ਸਿੱਖੀਆਂ, ਇੱਕ ਸਿਦਕ ਦੀ ਸਿੱਖੀ ਅਤੇ ਇੱਕ ਪ੍ਰੇਮ ਦੀ ਸਿੱਖੀ, ਇਹ ਪ੍ਰਮਾਣ ਹਨ। ਸੋ ਗੁਰੂ ਮਹਾਰਾਜ ਦੇ ਵੇਲੇ ਤਾਂ ਜਾਂ ਸਾਹਿਬਾਂ ਤੋਂ ਪਹਿਲਾਂ ਸਾਰੇ ਹੀ ਕਰਮਕਾਂਡੀ ਅਤੇ ਭੇਖਧਾਰੀ ਸਨ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੂਆ। ਸੱਚੇ ਪਾਤਸ਼ਾਹ ਜੀ ਨੇ ਆਮ ਬੰਦਿਆਂ ਨੂੰ ਨਹੀਂ ਫੜਿਆ, ਵੱਡੇ ਵੱਡੇ ਜਥੇਦਾਰਾਂ, ਵੱਡੇ ਵੱਡੇ ਪੰਡਤਾਂ ਨੂੰ ਮਹਾਰਾਜ ਨੇ ਪਕੜਿਆ ਕੰਨਾਂ ਤੋਂ, ਉਹਨਾਂ ਨਾਲ ਚਰਚਾ ਕੀਤੀ। ਨਾਨੂ ਪੰਡਤ ਦੇ ਕੰਨ ਮਰੋੜੇ ਵੀ ਤੂੰ ਏਡਾ ਵੱਡਾ ਬਣਿਆ ਫਿਰਦਾ, ਗੁਣ ਤੂੰ ਧਾਰਿਆ ਨਹੀਂ। ਕੁਰੂਕਸ਼ੇਤਰ ਦੇ ਵਿੱਚ ਜਦ ਮਹਾਰਾਜ ਨੇ ਖੀਰ ਵਰਤਾਈ, ਉਹ ਨਾਨੂ ਪੰਡਤ ਨਾਲ ਹੀ ਚਰਚਾ ਹੋਈ ਸੀਗੀ। ਜਗਨਨਾਥਪੁਰੀ ਦੇ ਪੰਡਤਾਂ ਨੂੰ ਸਮਝਾਇਆ। ਅਤੇ ਫਿਰ ਵੇਖੋ ਇੱਕ ਸਹੁ ਸੁਹਾਗਣ ਸੀਗਾ ਮੁਸਲਮਾਨ ਫਕੀਰ, ਉਹ ਵੀ ਬੀਬੀਆਂ ਵਾਲੇ ਕੱਪੜੇ ਅਤੇ ਟੂਮਾਂ ਪਾ ਕੇ ਲੋਕਾਂ ਨੂੰ ਕਹਿੰਦਾ ਮੈਨੂੰ ਸਹੁੰ ਦੀ ਪ੍ਰਾਪਤੀ ਹੁੰਦੀ, ਆਪ ਸੁਹਾਗਣ ਬਣਿਆ ਸੀ। ਉਹਦਾ ਪਖੰਡ ਮਾਰੇ ਨੰਗਾ ਕੀਤਾ। ਇੱਕ ਲਾਹੌਰ ਦੇ ਵਿੱਚ ਸਾਧੂ ਜਿਹੜਾ ਅੱਖਾਂ ਬੰਦ ਕਰਕੇ ਅਤੇ ਮੱਥੇ ਟਿਕਾਉਂਦਾ, ਲੋਕਾਂ ਨੂੰ ਵਰ ਦਿੰਦਾ, ਝੂਠ ਬੋਲਦਾ, ਕਾਲ ਨਾਹੀਂ ਜੋਗ ਨਾਹੀਂ ਵਾਲਾ ਸ਼ਬਦ ਉਚਾਰ ਕੇ ਉਹ ਸਾਧੂ ਨੂੰ ਸਮਝਾਇਆ। ਇਉਂ ਵਲੀ ਕੰਧਾਰੀ ਬੜਾ ਵੱਡਾ ਪੀਰ ਆਪਦੇ ਆਪ ਨੂੰ ਮੰਨਦਾ ਸੀ, ਉਹਨੂੰ ਮਹਾਰਾਜ ਨੇ ਸਮਝਾਇਆ। ਇਉਂ ਸੱਜਣ ਠੱਗ ਵੀ ਇੱਕ ਬਹੁਤ ਵੱਡਾ ਵੈਸ਼ਨਵ ਪੰਡਤ ਬਣਿਆ ਫਿਰਦਾ। ਵੇਖਣ ਨੂੰ ਉਹ ਪੰਡਤ ਸੀਗਾ ਪਰ ਹੈ ਸੀ ਠੱਗ। ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਬਾਹਰੋਂ ਸਰੀਰ ਧੋਤਿਆਂ ਅੰਦਰਲੀ ਜੋਠ ਨਹੀਂ ਉਤਰਦੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ। ਬਾਹਰ ਧੋਤੀ ਤੂੰਮੜੀ, ਜਿਹੜੀ ਤੂੰਬੀ ਹੈ, ਆ ਮਾਲਵੇ ਵਿੱਚ ਤੂੰਬੇ ਲੱਗਦੇ ਨੇ, ਇਹ ਬੜੇ ਕੌੜੇ ਹੁੰਦੇ ਨੇ। ਕੌੜ ਤੁੰਮਾ ਖਾਧਾ ਨਹੀਂ ਜਾਂਦਾ, ਸ਼ੂਗਰ ਵਾਲੇ ਦਵਾਈ ਰੂਪ ਦੇ ਵਿੱਚ ਥੋੜ੍ਹਾ ਥੋੜ੍ਹਾ ਖਾਂਦੇ ਨੇ। ਉਹ ਤੂੰਬੀ ਨੂੰ ਜਿੰਨਾ ਮਰਜ਼ੀ ਸ਼ਹਿਦ ਸ਼ੂਦ ਪਾ ਕੇ ਰਿੰਨੋ, ਜਿੰਨਾ ਮਰਜ਼ੀ ਉਹਦੇ ਵਿੱਚ ਭਾਵੇਂ ਮਸਾਲਾ ਪਾਓ, ਪਰ ਉਹ ਖਾਧੀ ਨਹੀਂ ਜਾਊਗੀ, ਉਹਦੀ ਕੜਤਨ ਨਹੀਂ ਜਾਂਦੀ। ਜਿੰਨਾ ਮਰਜ਼ੀ ਉਹਦਾ ਇਸ਼ਨਾਨ ਕਰਾਓ ਤੀਰਥਾਂ ਦੇ। ਕਹਿੰਦੇ ਬਾਹਰ ਧੋਤੀ ਤੂੰਬੜੀ ਅੰਦਰ ਵੇਸਣ ਕੋ। ਸੱਪ ਦੀ ਤਰ੍ਹਾਂ ਜਿਹੜੇ ਪਖੰਡੀ ਬੰਦੇ ਨੇ ਉਹ ਜ਼ਹਿਰ ਨਹੀਂ ਛੱਡਦੇ, ਜਿੰਨਾ ਮਰਜ਼ੀ ਦੁੱਧ ਪਿਆਓ। ਤੂੰਬੀ ਦੀ ਤਰ੍ਹਾਂ ਜਿੰਨਾ ਮਰਜ਼ੀ ਉਹ ਤੀਰਥਾਂ 'ਤੇ ਜਾ ਆਉਣ, ਉਹ ਆਪਦੀ ਵਿਕਾਰਾਂ ਦੀ ਝੂਠ ਦੀ ਜ਼ਹਿਰ ਨਹੀਂ ਛੱਡਦੇ। ਪਰ ਸਾਧ ਭਲੇ ਅਨ ਨਹਾਤੇ ਆ, ਚੋਰ ਸੇ ਚੋਰਾ ਚੋਰ। ਸਾਧ ਤਾਂ ਬਿਨਾਂ ਨਹਾਤੇ ਤੋਂ ਹੀ ਚੰਗੇ ਨੇ। ਜਿਹੜਾ ਚੋਰ ਹੈ ਉਹਨੇ ਚੋਰ ਦਾ ਚੋਰ ਹੀ ਰਹਿਣਾ। ਨਹਾਉਣ ਦੇ ਨਾਲ ਉਹਨੇ ਸਾਧ ਨਹੀਂ ਬਣ ਜਾਣਾ, ਚੋਲਾ ਪਾਉਣ ਦੇ ਨਾਲ ਉਹਨੇ ਸਾਧ ਨਹੀਂ ਬਣ ਜਾਣਾ। ਚੋਲਿਆਂ ਵਾਲੇ ਤਾਂ ਬਹੁਤੇ ਵੱਡੇ ਠੱਗ ਹੁੰਦੇ ਨੇ। ਅੱਜ ਕੱਲ੍ਹ ਬੇਰੁਜ਼ਗਾਰੀ ਹੈ, ਜਿਹਨੂੰ ਕੋਈ ਨਾ ਕੰਮ ਹੋਵੇ, ਬੇਰੁਜ਼ਗਾਰ ਹੋਵੇ, ਉਹ ਦੋ ਕੁ ਸੁਰਾਂ ਸਿੱਖ ਕੇ ਅਤੇ ਵਾਜਾ ਚੁੱਕ ਕੇ ਅਤੇ ਚਲੋ ਮੇਰੇ ਭਾਈ ਹਮ ਸਾਧ ਹੋਤੇ हैं, ਅਤੇ ਲੋਕਾਂ ਨੂੰ ਮਗਰ ਲਾ ਲੈਂਦਾ। ਕਬੀਰ ਜੀ ਨੇ ਲਿਖਿਆ, ਮੈਂ ਨਹੀਂ ਕਹਿ ਰਿਹਾ, ਮੈਨੂੰ ਮਾਫ ਕਰਨਾ, ਕਬੀਰ ਜੀ ਕਹਿੰਦੇ ਨੇ ਵੀ ਸਾਧਾਂ ਤੋਂ ਬਚ ਕੇ ਰਹੋ ਜੀ। ਗੱਜ ਸਾਢੇ ਤੈ ਤੈ ਧੋਤੀਆਂ, ਲਿਖੀਆਂ ਧੋਤੀਆਂ ਨੇ, ਕਿਉਂਕਿ ਉਦੋਂ ਬ੍ਰਾਹਮਣ ਸੀਗੇ। ਹੁਣ ਧੋਤੀਆਂ ਵਾਲਾ ਤਾਂ ਕੋਈ ਹੈ ਨਹੀਂ, ਚੋਲਿਆਂ ਵਾਲੇ ਨੇ ਸਾਰੇ, ਚਿੱਟੇ ਕੱਪੜਿਆਂ ਵਾਲੇ ਨੇ।
ਖਾਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਡੇਰੇ ਨੇ, ਕਿਤੇ ਇੱਧਰ ਬਿਹਾਰ ਬੰਗਾਲ ਇੱਧਰ ਚਲੇ ਜਾਓ, ਇੱਧਰ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਲੱਭੇਗਾ। ਸਾਰੇ ਲੋਕ ਪਤਾ ਨਹੀਂ ਕਿੱਥੋਂ ਕਿੱਥੋਂ ਮੂੰਹ ਚੁੱਕਦੇ ਪੰਜਾਬ ਜਾ ਕੇ ਡੇਰਾ ਬਣਾ ਕੇ ਬਹਿ ਜਾਂਦੇ, ਕਿਉਂਕਿ ਇੱਥੇ ਧਰਮ ਦੇ ਨਾਂ 'ਤੇ ਜ਼ਿਆਦਾ ਠੱਗੀ ਛੇਤੀ ਵੱਜਦੀ ਹੈ, ਪਖੰਡ ਦੀ ਜ਼ਿਆਦਾ ਪੂਜਾ ਹੈ। ਸੋ ਕਬੀਰ ਜੀ ਕਹਿੰਦੇ ਗੁਰਮੁਖੋ ਚੰਗੀ ਤਰ੍ਹਾਂ ਵੇਖੋ, ਸਮਝ ਕੇ ਰਹੋ। ਜਿਸ ਬੰਦੇ ਨੂੰ ਤੁਸੀਂ ਮੱਥਾ ਟੇਕਣਾ ਉਹਦੀ ਬੈਕਗਰਾਊਂਡ ਚੈੱਕ ਕਰੋ ਵੀ ਇਹਦਾ ਮਾਂ ਪਿਓ ਕਿੱਥੇ ਹੈ, ਇਹ ਭੈਣ ਭਰਾਵਾਂ ਨੂੰ ਕਿਤੇ ਠੱਗ ਕੇ ਤਾਂ ਨਹੀਂ ਆਇਆ, ਜਿਹਦਾ ਘਰਦਿਆਂ ਦਾ ਨਹੀਂ ਬਣਿਆ, ਆਪਦੇ ਸਕੇ ਬੱਚਿਆਂ ਦਾ ਨਹੀਂ ਬਣਿਆ, ਉਹ ਦੂਜਿਆਂ ਨੂੰ ਦੱਸੋ ਕੀ ਕਹੂਗਾ। ਕੀ ਪਤਾ ਘਰ ਵਾਲੀ ਛੱਡ ਕੇ ਆਇਆ ਹੋਵੇ। ਅਤੇ ਇਸ ਵਾਸਤੇ ਕਬੀਰ ਜੀ ਕਹਿੰਦੇ ਵੀ ਉਹ ਬਨਾਰਸ ਦੇ ਠੱਗ ਨੇ, ਬਨਾਰਸ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਆਓ। ਅੱਜ ਕੱਲ੍ਹ ਥਾਣੇ ਵਾਲਿਆਂ ਨੇ ਉਹ ਬਕਾਇਦਾ ਕਾਨੂੰਨ ਕੱਢਿਆ ਵੀ ਕੋਈ ਵੀ ਬੰਦਾ ਹੋਵੇ ਉਹਦੀ ਵੈਰੀਫਿਕੇਸ਼ਨ ਕਰਾਓ, ਭਾਵੇਂ ਨੌਕਰ ਹੈ ਜਾਂ ਕੋਈ ਵੀ ਹੈ। ਕੀ ਪਤਾ ਬੰਦਾ ਕਿੱਥੋਂ ਆਇਆ, ਕੌਣ ਹੈ। ਸਾਧਾਂ ਦੀ ਕੋਈ ਨਹੀਂ। ਤੋ ਮਹਾਰਾਜ ਕਬੀਰ ਜੀ ਕਹਿੰਦੇ ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ ਗਲੀ ਜਨਾ ਜਪ ਮਾਲੀਆਂ, ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨ ਆਖੀਐ, ਬਾਨਾਰਸ ਕੇ ਠੱਗ ਐਸੇ ਸੰਤ ਨ ਮੋਕੋ ਭਾਵੈ, ਡਾਲਾ ਸਿਉ ਪੇਡਾ ਗੜਕਾਵੈ ਰਹਾਉ, ਬਾਸਨ ਮਾਂਜ ਚਰਾਵੈ ਉੱਪਰ ਕਾਠੀ ਤੋਏ ਜਲਾਵੈ, ਬਸਦਾ ਖੁਦ ਕਰੇ ਦੋਏ ਚੂਲੇ ਸਾਰੇ ਮਾਂਡ ਸਿਖਾਵੈ। ਕੋਈ ਪਾਪੀ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ। ਉਹ ਲੱਕੜਾਂ ਧੋ ਕੇ ਬਾਲਦੇ ਨੇ, ਕਹਿੰਦੇ ਭਿੱਟ ਲੱਗ ਜਾਓ, ਪਰੇ ਹੋ ਜਾਓ, ਝੂਠੇ ਹੱਥ ਨਾ ਲਾਓ, ਅਤੇ ਰਾਤ ਨੂੰ ਪੂਰੇ ਦਾ ਪੂਰਾ ਬੰਦਾ ਹੀ ਝਟਕਾ ਜਾਂਦੇ ਨੇ। ਹੈਰਾਨੀ ਦੀ ਗੱਲ, ਲੂਣ ਵੀ ਨਹੀਂ ਲਾਉਂਦੇ, ਪਤਾ ਹੀ ਨਹੀਂ ਲੱਗਦਾ ਬੰਦਾ ਗਿਆ ਕਿੱਥੇ। ਪੱਤਰਕਾਰ ਦਾ ਕਤਲ ਕਰ ਦੇਣਾ, ਕਿਸੇ ਸ਼ਰਧਾਲੂ ਦਾ ਵੇਖਿਆ ਵੀ ਇਹਨੇ ਅੱਖਾਂ ਘੁਮਾ ਲਈਆਂ, ਉਸੇ ਵਕਤ ਮਾਰ ਕੇ ਉਹਨੂੰ ਖੂਹ ਸੁੱਟ ਦੇਣਾ। ਵੇਖੋ ਕਈ ਕੇਸ ਕਚਹਿਰੀਆਂ ਚੱਲ ਰਹੇ ਨੇ। ਅਤੇ ਇਸ ਵਾਸਤੇ ਉਹਨਾਂ ਲੋਕਾਂ ਨੂੰ ਬਚਣ ਦੀ ਆਗਿਆ ਹੈ। ਇਹ ਸੱਜਣਾ ਤੂੰ ਬਾਹਰੋਂ ਤਾਂ ਬੜਾ ਉੱਜਲ ਹੈ, ਕਹਿ ਵੀ ਬੜਾ ਚਲਕਣਾ ਹੁੰਦਾ, ਪਰ ਜਿਵੇਂ ਜਿਵੇਂ ਕਸਾਈਏ ਉੱਚੋਂ ਕਾਲੀ ਮੈਲ ਨਿਕਲਦੀ ਹੈ। ਇਉਂ ਤੈਨੂੰ ਜਿੰਨਾ ਮਰਜ਼ੀ ਧੋ ਕੇ ਸਵਾਰ ਲਈਏ, ਜਿੰਨਾ ਮਰਜ਼ੀ ਤੂੰ ਇਸ਼ਨਾਨ ਬਣ ਕਰ ਲਾ, ਤੇਰੀ ਵੇਸ਼ਿਆਂ ਦੀ ਚੋਰੀਆਂ ਯਾਰੀਆਂ ਦੀ ਜੋਠ ਨਹੀਂ ਉਤਰਨੀ, ਭਾਵੇਂ ਸੈਂਕੜੇ ਵਾਰ ਆਪਦੇ ਆਪ ਨੂੰ ਧੋਣਾ ਕਰ। ਧੋਤਿਆ ਝੂਠ ਨਾ ਉਤਰੈ, ਇਹ ਤੇਰੇ ਅੰਦਰਲੀ ਜੋ ਵਿਕਾਰਾਂ ਦੀ ਅਪਵਿੱਤਰਤਾ ਹੈ, ਬਾਹਰੋਂ ਸਰੀਰ ਧੋਤਿਆ ਨਹੀਂ ਉਤਰਨੀ। ਸੋ ਧੋਵਾ ਤਿਸ, ਜੇਕਰ ਤੇ ਸਰੀਰ ਨੂੰ ਸੈਂਕੜੇ ਵਾਰ ਤੀਰਥਾਂ ਦੇ ਜਾ ਜਾ ਕੇ ਇਸ਼ਨਾਨ ਕਰਨ ਨੂੰ ਧੋਣਾ ਵੀ ਕਰ ਲਵੇਂ। ਸੱਜਣ ਸੇਈ ਨਾਲ ਮੈਂ, ਇਹ ਸੱਜਣਾ ਅਸਲ ਦੇ ਵਿੱਚ ਮੈਂ ਤੇ ਮੇਰੇ ਨਾਲ ਦੇ ਉਹੀ ਸੱਜਣ ਮਿੱਤਰ ਹਨ, ਚੱਲਦਿਆਂ ਨਾਲ ਚਲਾਨਾ, ਜੋ ਪਰਲੋਕ ਦੇ ਵਿੱਚ ਚੱਲਣ ਲੱਗਿਆਂ ਵੀ ਸਾਥ ਸਹਾਇਤਾ ਲਈ ਚੱਲਣਾ, ਭਾਵ ਸ਼ੁਭ ਗੁਣ ਹੀ ਨਾਲ ਨਿਭਣ ਵਾਲੇ ਹਨ, ਉਹ ਨਾਲ ਚੱਲਣ। ਜਾਂ ਸੰਤ ਮਹਾਤਮਾ ਰੂਪ ਸੱਜਣ ਮੇਰੇ ਨਾਲ ਦੇ ਨੇ, ਜੋ ਪਰਲੋਕ ਵਿੱਚ ਚੱਲਦੇ ਸਮੇਂ ਵੀ ਨਾਲ ਜਾ ਕੇ ਸਹਾਇਤਾ ਕਰਦੇ ਹਨ। ਜਿਵੇਂ ਪਾਤਸ਼ਾਹ ਦਾ ਹੁਕਮ ਹੈ, ਨਾਨਕ ਕਚੜਿਆਂ ਸਿਉ ਤੋੜ, ਢੂੜ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਹੀ ਛੋੜ। ਜਿਹੜੇ ਸੰਤ ਨੇ ਦੁਨਿਆਵੀ ਸੱਜਣ ਤਾਂ ਜਿਉਂਦਿਆਂ ਸਾਥ ਛੱਡ ਜਾਂਦੇ, ਪਰ ਸੰਤ ਮਰਿਆਂ ਤੋਂ ਬਾਅਦ ਵੀ ਬੰਦੇ ਦੀ ਬਾਂਹ ਪਕੜਦੇ ਹਨ। ਧੰਨ ਬਾਬੇ ਵਿਧੀ ਚੰਦ ਨੇ ਸੁੰਦਰ ਸ਼ਾਹ ਫਕੀਰ ਨੂੰ ਗੁਰਦੁਆਰੇ ਲਿਆਂਦਾ ਹੀ ਨਹੀਂ, ਬਾਈ ਪਾਸਤਾਨੀ ਲੰਘਾ ਕੇ ਆਪਦੇ ਨਾਲ ਹੀ ਲੈ ਗਿਆ। ਮਹਾਰਾਜ ਨੂੰ ਦੱਸ ਜ਼ਰੂਰ ਦਿੱਤਾ, ਮਹਾਰਾਜ ਕਹਿੰਦੇ ਹਾਂ ਬਾਬਾ ਵਿਧੀ ਚੰਦ ਕਰੋ ਪਰਉਪਕਾਰ, ਬਾਰੀ ਬਾਰੀ ਮੁਕਤ ਕਰਤਾ। ਇਹਨਾਂ ਸੰਤਾਂ ਦਾ ਗੁਣ ਹੈ। ਭਾਈ ਪ੍ਰਾਣਾ ਜੀ ਨੇ ਵੀ ਇੱਕ ਸ਼ਾਹੂਕਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਗੁਰਦੁਆਰੇ ਤੋਂ ਬਗੈਰ ਹੀ ਬਾਰੀ ਬਾਰੀ ਮਹਾਰਾਜ ਦੀ ਬਖਸ਼ਿਸ਼ ਦੇ ਦਿੱਤੀ, ਸੱਚਖੰਡ ਦਾ ਉਹਨੂੰ ਅਧਿਕਾਰੀ ਬਣਾਇਆ। ਇਉਂ ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸੋ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹੜੇ ਸਾਧੂ ਮਹਾਤਮਾ ਨੇ
ਬ੍ਰਹਮ ਗਿਆਨੀ ਨੇ ਖੁਦ ਆਪ ਰੱਬ ਨੇ ਭਗਵਾਨ ਨੇ ਜਿਹਨੂੰ ਮਰਜ਼ੀ ਤਾਰ ਦੇਣ, ਜਿਹਦਾ ਮਰਜ਼ੀ ਬੇੜਾ ਡੋਬ ਦੇਣ। ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਤੇ ਜਿਹਦੇ ਤੇ ਤਰੁੱਠ ਜਾਣ, ਸਾਧ ਕੈ ਸੰਗ ਨਾਹੀ ਖਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਅਸਲੀ ਸਾਧੂਆਂ ਦੀ ਕਥਾ ਹੈ। ਉਹ ਜਿੱਥੇ ਲੇਖਾ ਮੰਗੀਏ ਉੱਥੇ ਖੜੇ ਦਿਸਦੇ ਹਨ। ਲੇਖਾ ਮੰਗੀਐ, ਜਿਸ ਦਰਗਾਹ ਦੀ ਥਾਂ ਦੇ ਵਿੱਚ ਧਰਮ ਰਾਜਾ ਹਿਸਾਬ ਕਿਤਾਬ ਮੰਗੇਗਾ, ਖੜੇ ਦਿਸਨ। ਇੱਕ ਸਿਆਣੇ ਵਕੀਲ ਦੀ ਤਰ੍ਹਾਂ ਉੱਥੇ ਸਹਾਇਤਾ ਕਰਨ ਲਈ ਖਲੋਤੇ ਹੋਏ ਦੇਖਣਗੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਉਠੇ ਮੰਡਪ ਮਾੜੀਆਂ। ਸੱਜਣ ਠੱਗ ਨੇ ਧਰਮਸ਼ਾਲਾ ਬਣਾਈ ਹੋਈ ਸੀ, ਪਰ ਲੋਕਾਂ ਨੂੰ ਠੱਗਣ ਵਾਸਤੇ ਉਹਨਾਂ ਨੂੰ ਰਾਤ ਰੱਖਦਾ ਸੀਗਾ ਤੇ ਰਾਤੋਂ ਰਾਤ ਹੀ ਕੰਮ ਤਮਾਮ ਕਰ ਦਿੰਦਾ ਸੀ। ਇਹ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਨੇ ਕਿ ਜੋ ਕੋਠੇ ਕੱਚੇ ਘਰ ਜਿਹੜੇ ਪੁਰਾਣੇ ਹੁੰਦੇ ਸੀ, ਮੰਡਪ ਮਹੱਲ ਅਤੇ ਮਾੜੀਆਂ ਜਿਹੜੀਆਂ ਹਵੇਲੀਆਂ, ਜਿਹਨੂੰ ਤੁਸੀਂ ਵਾੜਾ ਕਹਿੰਦੇ ਹੋ, ਇੱਥੇ ਤੁਹਾਡੀ ਬੋਲੀ ਆ ਵਾੜਾ, ਸਾਡੀ ਮਾਝੇ ਦੀ ਬੋਲੀ ਆ ਹਵੇਲੀ, ਮਾਲਵੇ 'ਚ ਕਹਿੰਦੇ ਨੇ ਡੇਰਾ। ਤੇ ਇੰਜ ਜਿਹੜੀਆਂ ਹਵੇਲੀਆਂ ਨੇ, ਮਹੱਲ ਨੇ, ਚੁਬਾਰੇ ਹਨ। ਚਿਤ ਵੀ ਆਹ, ਇਹ ਇਤਿਆਦਿਕ ਪਾਸਿਆਂ ਤੋਂ ਭਾਵ ਬਾਹਰੋਂ ਚਿਤਰੀਆਂ ਹੋਈਆਂ ਹਨ। ਕੰਮ ਨਾ ਆਵਨੀ, ਪਰ ਜੇਕਰ ਉਹ ਕਹਿੰਦੇ ਹਨ ਵਿਚਹੁ ਸਖਣੀਆਂ, ਅੰਦਰੋਂ ਮਹਾਤਮਾ ਸਾਧ ਸੰਗਤ ਤੋਂ ਬਿਨਾਂ ਖਾਲੀ ਨੇ, ਪਰ ਜਿਨ੍ਹਾਂ ਦੇ ਵਿੱਚ ਸਾਧੂ ਸੰਤਾਂ ਦੀ ਸੇਵਾ ਨਹੀਂ ਹੁੰਦੀ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰਖੇ, ਭੂਤ ਬਸੈ ਤਨ ਮਾਹੇ। ਉਹ ਘਰ ਨਹੀਂ, ਉਹ ਮੜੀਆਂ ਦੇ ਸਦਰਸ਼ ਰਹਿਣ ਵਾਲੇ ਭੂਤ ਨੇ, ਜਿਨ੍ਹਾਂ 'ਚ ਸੰਗਤ ਦੀ ਗੁਰੂ ਸਾਹਿਬ ਦੀ ਸੇਵਾ ਨਹੀਂ ਹੁੰਦੀ, ਸਿਮਰਨ ਨਹੀਂ ਹੁੰਦਾ ਹੈ। ਬੱਗੇ ਕੱਪੜੇ, ਸੋ ਉਹ ਖਾਲੀ ਨੇ ਵਿੱਚੋਂ। ਫਿਰ ਢੈਣ ਜੋਗੀਆਂ ਟੱਠੀਆਂ ਹੋਈਆਂ ਸਮਝਣੀਆਂ ਚਾਹੀਦੀਆਂ ਨੇ, ਜੋ ਕਿਸੇ ਵੀ ਕੰਮ ਨਹੀਂ ਆਉਂਦੀਆਂ। ਇਸੇ ਪ੍ਰਕਾਰ ਮੰਡਪ ਮਾੜੀਆਂ, ਕੋਠਿਆਂ ਦੀ ਤਰ੍ਹਾਂ ਅਗਿਆਨੀ ਪੁਰਸ਼, ਮੰਡੂਆਂ ਦੀ ਤਰ੍ਹਾਂ ਪਖੰਡੀ ਆਦਮੀ, ਤੇ ਮਾੜੀਆਂ ਦੀ ਤਰ੍ਹਾਂ ਸਕਾਮੀ ਆਦਮੀ। ਇਸੇ ਪ੍ਰਕਾਰ ਮੰਡਪ ਮਾੜੀਆਂ, ਕੋਠਿਆਂ ਦੀ ਤਰ੍ਹਾਂ ਮਧਰੇ ਬੰਦੇ, ਮੰਡਪਾਂ ਦੀ ਤਰ੍ਹਾਂ ਮੋਟੇ, ਤੇ ਮਾੜੀਆਂ ਦੀ ਤਰ੍ਹਾਂ ਲੰਬੇ ਪੁਰਸ਼, ਜੋ ਆਸੇ ਪਾਸਿਆਂ ਤੋਂ ਬਹੁਤ ਭੇਖਾ ਤਿਲਕ ਛਾਪਿਆਂ ਦੇ ਨਾਲ ਚਿਤਰੇ ਹੋਏ ਹਨ। ਟੱਠੀਆਂ ਕੰਮ ਨਾ ਆਵਨੀ, ਪਾਸੋਂ ਚਿਤ ਵੀ ਆਹ ਜਿਹੜੀਆਂ ਚਿੱਤਰਕਾਰੀ ਵਾਲੀਆਂ ਮਤਲਬ ਸਰੀਰਾਂ ਦੇ ਉੱਪਰ ਭੇਖ ਧਾਰੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇਕਰ ਉਹ ਦੇਹਾਂ ਅੰਦਰੋਂ ਪਰਮੇਸ਼ਰ ਦੇ ਨਾਮ ਤੋਂ ਸਖਣੀਆਂ ਨੇ, ਟੱਠੀਆਂ ਕੰਮ ਨਾ ਆਵਨੀ, ਤਾਂ ਫਿਰ ਟੱਠੀਆਂ ਡਿੱਗੀਆਂ ਹੋਈਆਂ ਭਾਵ ਮੁਰਦਿਆਂ ਦੀ ਤਰ੍ਹਾਂ ਕਿਸੇ ਵੀ ਕੰਮ ਨਹੀਂ ਆਉਣਗੀਆਂ। ਜੋ ਸਖਣੀਆਂ, ਜੇ ਵਿੱਚ ਸ਼ੁਭ ਗੁਣ ਹੀ ਨਹੀਂ ਹਨ, ਭੇਖ ਬਣਾ ਲਿਆ ਪਰ ਉਹ ਭੇਖ ਵਾਲਾ ਗੁਣ ਨਹੀਂ ਤਾਰਿਆ, ਧਾਰਮਿਕ ਲਿਬਾਸ ਪਾ ਲਿਆ ਪਰ ਧਰਮ ਦੇ ਗੁਣ ਨਹੀਂ ਤਾਰੇ। ਧੌਲ ਧਰਮ ਦਇਆ ਕਾ ਪੂਤ, ਜਿਹੜੀ ਦਇਆ ਹੈ ਸਭ ਤੋਂ ਉੱਤਮ ਗੁਣ ਹੈ। ਨਾ ਦਇਆ ਆਈ ਹੈ, ਨਾ ਸਤ ਆਇਆ, ਨਾ ਸੰਤੋਖ ਆਇਆ। ਇਉਂ ਕਲਗੀਧਰ ਮਹਾਰਾਜ ਨੇ ਅਕਾਲ ਉਸਤਤ ਦੇ ਵਿੱਚ ਲਿਖਿਆ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋਲੀਨ। ਜਿਹੜਾ ਜਗਤ ਨੂੰ ਭੇਖ ਵਿਖਾ ਕੇ ਲੁੱਟਦਾ, ਅੰਤ ਨੂੰ ਕਾਲ ਦੀ ਕੈਂਚੀ ਨਾਲ ਜਾਂ ਛੁਰੀ ਨਾਲ ਕੱਟਿਆ ਜਾਂਦਾ ਤੇ ਨਰਕਾਂ ਵਿੱਚ ਉਹਦਾ ਵਾਸਾ ਹੁੰਦਾ ਹੈ। ਬੱਗੇ ਕੱਪੜੇ, ਬਗਲਾ ਵੇਖਿਆ ਜੇ, ਉਹ ਵੀ ਤਾਂ ਚਿੱਟਾ ਹੀ ਹੁੰਦਾ।
ਉਹਦੇ ਜਿਹੜੇ ਖੰਭ ਨੇ ਭਾਵ ਉਹਦੇ ਕੱਪੜੇ ਨੇ ਉਹ ਵੀ ਚਿੱਟੇ ਹੀ ਹੁੰਦੇ ਨੇ। ਤੀਰਥ ਮੰਝ ਵਸਾਨਾ, ਭਾਵੇਂ ਬਗਲਾ ਰਹਿੰਦਾ ਤੀਰਥਾਂ ਤੇ ਹੀ ਹੋਵੇ, ਘੁੱਟ ਘੁੱਟ ਜੀਆ ਖਾਵਣੇ, ਪਰ ਫਿਰ ਵੀ ਉਹ ਮੱਛੀ ਆਦਿਕ ਜੀਵਾਂ ਨੂੰ ਗਲੋਂ ਘੁੱਟ-ਘੁੱਟ ਕੇ ਖਾਣ ਵਾਲੇ ਨੇ। ਇਸ ਲਈ ਬੱਗੇ ਨਾ ਕਹੀਆ ਨਾ, ਉਹ ਬਗਲੇ ਹੀ ਨੇ, ਉਹ ਉੱਜਲ ਜਾਂ ਹੰਸ ਨਹੀਂ ਕਹੇ ਜਾ ਸਕਦੇ। ਇਸੇ ਪ੍ਰਕਾਰ ਹੀ ਸੱਜਣਾ, ਬੱਗਾ ਬੱਗੇ ਕੱਪੜੇ, ਤੂੰ ਵੀ ਬਗਲਿਆਂ ਦੀ ਤਰ੍ਹਾਂ ਪਖੰਡ ਧਾਰ ਕੇ ਬਾਹਰੋਂ ਸੰਤਾਂ ਵਾਲਾ ਚਿੱਟਾ ਲਿਬਾਸ ਧਾਰਨ ਕੀਤਾ ਹੋਇਆ ਹੈ। ਤੀਰਥ ਮੰਝ ਵਸਾਨਾ, ਅਤੇ ਤੀਰਥਾਂ ਦੀ ਤਰ੍ਹਾਂ ਧਰਮਸ਼ਾਲਾ ਬਣਾ ਕੇ ਇਹਦੇ ਵਿੱਚ ਵਸ ਰਿਹਾ ਹੈ। ਭੁੱਖੇ ਮੁੱਲਾ ਘਰੇ ਮਸੀਤ, ਮੁੱਲਾ ਭੁੱਖਾ ਮਰਦਾ ਤੇ ਘਰ ਨੂੰ ਹੀ ਮਸੀਤ ਬਣਾ ਕੇ ਬਹਿ ਗਿਆ। ਕੋਈ ਕੰਮ ਚੱਲਿਆ ਨਹੀਂ, ਸੜਕ ਦੇ ਉੱਪਰ ਜ਼ਮੀਨ ਲੈ ਲਈ, ਉੱਥੇ ਨਿਸ਼ਾਨ ਸਾਹਿਬ ਕੱਢ ਲਿਆ, ਉੱਥੇ ਗੁੰਮਟ ਬਣਾ ਲਿਆ ਤੇ ਚਾਹ ਪਾਣੀ ਵਰਤਾਉਣ ਲੱਗ ਪਏ ਤੇ ਚੋਲਾ ਪਾ ਕੇ ਤੇ ਨਾਂ ਰੱਖ ਲਿਆ ਬਾਬੇ ਦੀਪ ਸਿੰਘ ਦਾ ਜਾਂ ਕੁਛ ਹੋਰ ਦਾ। ਕਹਿਣਾ ਜੀ ਇਹ ਤਾਂ ਇਤਿਹਾਸਕ ਜਗ੍ਹਾ ਜੀ, ਤੇ ਮਤਲਬ ਆਪ ਦਾ ਹੱਲ ਕਰਨਾ। ਜੋ ਘਰ ਦੇ ਪਰਿਵਾਰ ਦੇ ਮੈਂਬਰ ਤੇ ਉਹਨਾਂ ਨੂੰ ਅੱਗੇ ਮੋਹਤਬਰ ਬਣਾਈ ਰੱਖਣਾ, ਜੋ ਸਭ ਕੁਛ ਖਰਚਾ ਪਾਣੀ ਉਹ ਆਪਦੀ ਜੇਬ ਦੇ ਵਿੱਚ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਹਨ ਕਿ ਤੂੰ ਬੱਗੇ ਕੱਪੜੇ, ਹਾਂ ਤੇਰੇ ਕੱਪੜੇ ਭਾਵੇਂ ਉਜਲ ਹਨ। ਤੀਰਥ ਮੰਝ ਵਸਾਨਾ, ਤੂੰ ਤੀਰਥਾਂ ਦੀ ਤਰ੍ਹਾਂ ਧਰਮਸ਼ਾਲਾ ਬਣਾ ਕੇ ਇਹਦੇ ਵਿੱਚ ਵਸ ਰਿਹਾ ਹੈ। ਘੁੱਟ ਘੁੱਟ ਜੀਆਂ ਖਾਵਣੇ, ਪਰ ਜੀਵਾਂ ਨੂੰ ਘੁੱਟ-ਘੁੱਟ ਕੇ ਭਾਵ ਉਹਨਾਂ ਦਾ ਧਨ ਆਦਿਕ ਲੁੱਟ-ਲੁੱਟ ਕੇ ਖਾਣ ਵਾਲਾ ਹੈ। ਜਿਹਨੇ ਪਖੰਡ ਚਲਾਉਣਾ ਹੋਵੇ ਉਹ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ, ਫਿਰ ਨਿਸ਼ਾਨ ਸਾਹਿਬ ਕੱਢ ਲੈਂਦਾ ਤੇ ਫਿਰ ਲੋਕਾਂ ਨੂੰ ਲੰਗਰ ਦੇ ਨਾਮ 'ਤੇ ਲੁੱਟਦਾ ਹੈ। ਫਲਾਣੀ ਜਗ੍ਹਾ ਸੇਵਾ ਚੱਲਦੀ ਹੈ ਜੀ, ਉੱਥੇ ਸੇਵਾ ਚੱਲਦੀ ਹੈ ਜੀ, ਇੱਥੇ ਚੱਲਦੀ ਹੈ ਜੀ। ਇੰਝ ਬੜਾ ਵਧੀਆ ਤਰੀਕਾ ਹੈ। ਬੱਗੇ ਨਾ ਕਹੀਆ ਨਾ, ਤੂੰ ਹੰਸ ਦੀ ਤਰ੍ਹਾਂ ਉਜਲ ਜੀਵਨ ਵਾਲਾ ਮਹਾਤਮਾ ਨਹੀਂ ਬਣ ਸਕਦਾ। ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਤੂੰ ਸੰਤ ਨਹੀਂ ਕਿਹਾ ਜਾ ਸਕਦਾ ਹੈ। ਸੰਤਾਂ ਦੇ ਗੁਣ ਹੋਰ ਹੀ ਹੁੰਦੇ ਨੇ। ਸੰਤ ਹੋਏ ਵੇਖੋ ਮਹਾਂਪੁਰਖ ਬਾਬਾ ਹੰਸਾਲੀ ਸਾਹਿਬ ਵਾਲੇ, ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ। ਪ੍ਰੇਮੀਆਂ ਨੇ ਆਖਿਆ ਵੀ ਆਪਾਂ ਵੀ ਕੋਈ ਡੇਰਾ ਡੂਰਾ ਬਣਾਈਏ, ਜਿਸ ਤਰ੍ਹਾਂ ਅੱਜ ਕੱਲ੍ਹ ਬੜਾ ਲੰਮਾ ਚੌੜਾ ਵਿਸਥਾਰ ਵਾਲਾ। ਮਹਾਂਪੁਰਖ ਕਹਿੰਦੇ ਭਾਈ ਜ਼ਰੂਰ ਲੜਨਾ, ਬਾਅਦ 'ਚ ਪ੍ਰਾਪਰਟੀ ਤੋਂ ਲੜਾਈ ਹੁੰਦੀ ਹੈ। ਜਿਨ੍ਹਾਂ ਦੀ ਮਾਇਆ ਹੈ ਉਹਨਾਂ ਨੂੰ ਹੀ ਵਾਪਸ ਕਰ ਦਿੱਤੀ। ਇੱਕ ਪਾਸਿਓਂ ਆਈ ਗਈ, ਦੂਜੇ ਪਾਸੇ ਵਰਤਾਈ ਗਏ। ਕੁਛ ਆਪਦੇ ਪੱਲੇ ਨਹੀਂ ਰੱਖਿਆ, ਨਾ ਕੁਛ ਬਣਾਇਆ, ਕੋਈ ਜਾਇਦਾਦ ਨਹੀਂ ਬਣਾਈ, ਕੋਈ ਕਿਸੇ ਕਿਸਮ ਦਾ ਕੋਈ ਖਾਸ ਕੁਛ ਨਹੀਂ ਕੀਤਾ। ਸਭ ਲੋਕਾਂ 'ਚ ਹੀ ਵੰਡ ਗਏ। ਦੁਨੀਆ ਤਾਈਓ ਯਾਦ ਕਰਦੀ ਹੈ ਜੋ ਦੁਨੀਆ ਦਾ ਸਵਾਰਦਾ ਹੈ। ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਹੜਾ ਆਪਦੇ ਬੱਚਿਆਂ ਦਾ ਹੀ ਸੋਚਦਾ ਅਤੇ ਆਪਦੇ ਟੱਬਰ ਦਾ ਹੀ ਸੋਚਦਾ, ਅਤੇ ਉਹਨੂੰ ਕੋਈ ਯਾਦ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਜਲ ਜੀਵਨ ਵਾਲਾ ਮਹਾਤਮਾ ਜਿਹੜਾ ਹੰਸ ਹੈ ਉਹਦਾ ਜੀਵਨ ਕੁਝ ਵੱਖਰੀ ਕਿਸਮ ਦਾ ਹੁੰਦਾ ਹੈ। ਉਹ ਆਪਦੇ ਪਰਿਵਾਰ ਤੋਂ, ਪਿੰਡ ਤੋਂ, ਇਲਾਕੇ ਤੋਂ, ਆਪਦੀ ਜਾਤ ਤੋਂ ਉੱਚਾ ਉੱਠ ਕਰਕੇ ਅਤੇ ਸਰਬ ਸਾਂਝੇ ਰੂਪ ਦੇ ਵਿੱਚ ਵਰਤਦਾ ਹੈ। ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਗੁਰੂ ਘਰ ਦੇ ਵਿੱਚ ਕੋਈ ਭਾਈ ਭਤੀਜਾਵਾਦ ਨਹੀਂ ਹੈ। ਇੱਥੇ ਤਾਂ ਯੋਗਤਾ ਪਰਖੀ ਜਾਂਦੀ ਹੈ। ਤੋ ਜਿਹੜੇ ਮਹਾਂਪੁਰਖ ਨੇ ਕਰਨੀ ਵਾਲੇ ਉਹ ਯੋਗਤਾ ਵਾਲੀ ਨੂੰ ਅੱਗੇ ਗੱਦੀ ਦੇ ਕੇ ਜਾਂਦੇ ਨੇ, ਨਾ ਕਿ ਆਪਦੇ ਭੈਣ ਭਰਾ ਨੂੰ ਜਾਂ ਘਰ ਵਾਲੀ ਨੂੰ ਹੀ ਸੰਤ ਬਣਾ ਜਾਣਾ, ਬੀਬਾ ਜੀ ਫਲਾਣਾ ਜੀ ਢੀਂਗੜਾ ਜੀ। ਤੋ ਇਸ ਵਾਸਤੇ ਸਿੱਖਾਂ ਸੇਵਕਾਂ ਜਿਹੜੇ ਗੁਣ ਵਾਲੇ ਨੇ ਉਹਨਾਂ ਨੂੰ ਪਾਸੇ ਕਰ ਦੇਣਾ। ਸੰਗਤ ਦੇ ਵਿੱਚ ਇਹ ਨਿਯਮ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਸੁਲੱਖਣੀ ਦੇ ਕਹਿਣ ਤੋਂ ਵੀ ਬੱਚੇ ਕੀ ਕਰਨਗੇ, ਮਹਾਰਾਜ ਕਹਿਣ ਲੱਗੇ ਵੀ ਗੁਰੂ ਘਰ ਦੇ ਤਾਂ ਕੁੱਕਰ ਵੀ ਪ੍ਰਧਾਨ ਹੁੰਦੇ ਹਨ, ਦੁਨੀਆ ਉਹਨਾਂ ਨੂੰ ਵੀ ਮੰਨਦੀ ਹੈ। ਇਹ ਕਰਨੀ ਵਾਲੇ ਮਹਾਂਪੁਰਖ ਨੇ
ਇਹ ਭੁੱਖੇ ਨਹੀਂ ਮਰਨਗੇ, ਬੜੇ ਵਰੋਸ ਆਉਣਗੇ ਇਹਨਾਂ ਤੋਂ। ਪਰ ਰਹੀ ਗੱਲ ਗੁਰਤਾ ਗੱਦੀ ਦੀ, ਉਹ ਤਾਂ ਜਿਹਦੇ ਕਰਮਾਂ 'ਚ ਪਰਮਾਤਮਾ ਨੇ ਲਿਖ ਭੇਜੀ ਹੈ, ਇਹ ਸੁਲੱਖਣੀ ਮੇਰੇ ਵੱਸ ਦੀ ਨਹੀਂ, ਇਹ ਤਾਂ ਪਰਮਾਤਮਾ ਨੇ ਜਿਹਨੂੰ ਮੈਨੂੰ ਹੁਕਮ ਕੀਤਾ ਮੈਂ ਉਹਨੂੰ ਦੇਣੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਤਮਾ ਦਾ ਜੀਵਨ, ਗੁਰੂਆਂ ਦਾ ਜੀਵਨ ਹੰਸਾਂ ਦੀ ਤਰ੍ਹਾਂ ਇੱਕ ਵੱਖਰਾ ਹੁੰਦਾ ਹੈ। ਮਲ ਰੁੱਖ ਸਰੀਰ ਮੈਂ। ਹੋਰ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਸਿਮਲ ਦਾ ਰੁੱਖ ਉਹਦੇ ਸਰੀਰ ਦੇ ਵਿੱਚ ਵੇਖ ਕਰਕੇ, ਭਾਵ ਉਹਦੇ ਫਲ ਤੇ ਫੁੱਲ ਆਦਿਕ ਨੂੰ ਮਿੱਠੇ ਸਮਝ ਕੇ। ਮੈਜਨ ਦੇਖ ਭੁਲਾਨਾ। ਮੈਜਨ ਪਾਠ ਪਾਠੀ ਸਿੰਘ ਆਮ ਤੌਰ 'ਤੇ ਇਕੱਠਾ ਕਰਦੇ ਨੇ, ਮਹਾਰਾਜ ਦੇ ਵਿੱਚ ਵੀ ਇਕੱਠਾ ਲਿਖਿਆ ਹੁੰਦਾ। ਮੈਜਨ ਦਾ ਅਰਥ ਹੈ ਤੋਤਾ, ਤੋਤੇ ਭੁੱਲ ਜਾਂਦੇ ਨੇ। ਤੇ ਪਰ ਜੇ ਮੈਂ ਜਨ ਵੱਖਰਾ ਵੱਖਰਾ ਪਾਠ ਕਰੀਏ ਸੰਪਰਦਾਈ ਮੁਤਾਬਕ, ਤੇ ਮੇਰੇ ਵਰਗੇ ਜਨ ਯਾਨੀ ਕਿ ਭਲੇ ਮਾਨਸ ਬੰਦੇ ਵੇਖ ਕੇ ਭੁੱਲ ਜਾਂਦੇ ਹਨ। ਫਲ ਕੰਮ ਨਾ ਆਵਨੀ। ਪਰ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ, ਭਾਵੇਂ ਚੀੜੇ ਜੇ ਹੁੰਦੇ ਨੇ। ਤੋਤਿਆਂ ਦੀ ਚੁੰਝ ਵਿਚਾਰਿਆਂ ਦੀ ਉਹਦੇ ਵਿੱਚ ਹੀ ਫਸ ਜਾਂਦੀ ਹੈ, ਤੇ ਤੋਤੇ ਉੱਥੇ ਫਸ ਕੇ ਮਰ ਮੁਰ ਜਾਂਦੇ ਨੇ। ਜੈਸੇ ਸਿੰਬਲ ਦੇਖ ਸੂਆ ਬਿਕਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਸੇ ਫਲ ਕੰਮ ਨਾ ਆਵਨੀ। ਜਿਵੇਂ ਸਿਮਲ ਦੇ ਫਲ ਕੰਮ ਨਹੀਂ ਆਉਂਦੇ, ਤੇ ਗੁਣ ਮੈਂ ਤਨ ਹਾਨਾ। ਉਹਨਾਂ ਫਲਾਂ ਦੀ ਤਰ੍ਹਾਂ ਉਹੋ ਜਿਹੇ ਗੁਣ ਹੀ ਤੇਰੇ ਆਪਣੇ ਸਰੀਰ ਦੇ ਵਿੱਚ ਹਨ ਹੇ ਸੱਜਣਾ। ਇਸੇ ਪ੍ਰਕਾਰ ਸਿਮਲ ਰੁੱਖ ਸਰੀਰ ਮੈਂ। ਤੂੰ ਵੀ ਸਿਮਲ ਰੁੱਖ ਦੀ ਤਰ੍ਹਾਂ ਸਿੱਧਾ ਆਸਨ ਲਗਾ ਕੇ ਬੈਠਦਾ ਹੈ, ਰੀੜ ਦੀ ਹੱਡੀ ਸਿੱਧੀ ਕਰਕੇ। ਮੈਂ ਜਨ ਦੇਖ ਭੁਲਾਨਾ। ਤੇ ਤੈਨੂੰ ਵੱਡਾ ਮਰਾਤਬਾ ਪ੍ਰਾਪਤ ਹੈ, ਚੇਲੇ ਚਾਪਟੇ ਰੂ ਵੱਡੀਆਂ ਵੱਡੀਆਂ ਟਾਹਣੀਆਂ ਨੇ ਤੇਰੀਆਂ। ਮੇਰੇ ਵਰਗੇ ਜਿਹੜੇ ਰੱਬ ਦੇ ਸੇਵਕ ਨੇ, ਭੋਲੇ ਪੰਛੀ ਰਜਾਦੇ ਵਰਗੇ, ਇਹ ਤੈਨੂੰ ਵੱਡਾ ਮਹਾਤਮਾ ਵੇਖ ਕੇ ਸਮਝ ਕੇ ਭੁੱਲ ਜਾਂਦੇ ਹਨ। ਮੈਂ ਜਾਣਿਆ ਵੱਡ ਹੰਸ ਹੈ। ਇੱਕ ਚਿੱਟੇ ਕੱਪੜਿਆਂ ਵਾਲਾ ਮਹਾਤਮਾ ਗੋਂਦਵਾਲ ਸਾਹਿਬ ਵੀ ਆਇਆ ਸੀਗਾ। ਸ੍ਰੀ ਗੁਰੂ ਅਮਰਦਾਸ ਜੀ ਨੇ ਬੜਾ ਪ੍ਰੇਮ ਕੀਤਾ ਗੁਰਦੁਆਰਾ ਚਬਾਰਾ ਸਾਹਿਬ, ਉਹਨੂੰ ਆਪ ਦੇ ਆਸਣ ਲਾਗੇ ਬਿਠਾ ਲਿਆ। ਉਹ ਬੈਠ ਵੀ ਗਿਆ ਗੁਰੂ ਸਾਹਿਬ ਦੇ ਬਰਾਬਰ, ਤੇ ਮਹਾਰਾਜ ਨੇ ਬੜਾ ਸਤਿਕਾਰ ਕੀਤਾ, ਉਹਨੂੰ ਜਲ ਪਾਣੀ ਛਕਾਇਆ। ਗੁਰੂ ਸਾਹਿਬ ਦੇ ਹੱਥ ਵਿੱਚ ਸੁੱਚੇ ਮੋਤੀਆਂ ਦਾ ਸਿਮਰਨਾ ਸੀ, 27 ਮਣਕਿਆਂ ਵਾਲਾ। ਤੇ ਮਹਾਰਾਜ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਉਹ ਸਿਮਰਨਾ ਫਿਰ ਦੇ ਸਿਰਹਾਣੇ ਦੇ ਉੱਪਰ ਰੱਖ ਕੇ ਆਪ ਕਿਰਿਆ ਕਰਨ ਚਲੇ ਗਏ। ਤੇ ਜਦ ਮਹਾਰਾਜ ਗਏ, ਉਹ ਸਾਧੂ ਨੇ ਕੀ ਕੀਤਾ, ਮਹਾਰਾਜ ਦਾ ਸਿਮਰਨਾ ਚੁੱਕ ਲਿਆ ਤੇ ਆਪ ਦੇ ਆਸਨ ਹੇਠ ਉਹਨੇ ਲਗਾ ਲਿਆ। ਗੁਰੂ ਸਾਹਿਬ ਆਏ ਤੇ ਮਹਾਰਾਜ ਦਾ ਸੁਭਾਅ ਸੀਗਾ, ਮਹਾਰਾਜ ਨੇ ਸਿਮਰਨਾ ਲੱਭਿਆ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਾਂ। ਸਿਮਰਨਾ ਲੱਭੇ ਕੋਈ ਨਾ, 4 ਸਵੇਰੇ ਵੇਖਿਆ, ਬੀਬੀ ਭਾਨੀ ਨੂੰ ਪੁੱਛਿਆ, ਕਹਿੰਦੇ ਵੀ ਇੱਥੇ ਹੀ ਸੀਗਾ ਜੀ, ਵੀ ਆਪਾਂ ਤਾਂ ਚੁੱਕਿਆ ਨਹੀਂ, ਵੇਖਿਆ ਨਹੀਂ। ਸਾਧੂ ਨੂੰ ਪੁੱਛਿਆ, ਕਹਿਣ ਲੱਗਾ ਜੀ ਮੈਨੂੰ ਤਾਂ ਨਹੀਂ ਪਤਾ। ਅੱਛਾ ਜੀ। ਅਜੇ ਮਹਾਰਾਜ ਕੁਝ ਸੋਚਣ ਨਹੀਂ ਲੱਗੇ ਕਿ ਰੱਬ ਨੇ ਹਵਾ ਵਗਾਈ, ਉਹ ਹਵਾ ਨਾਲ ਉਹਦਾ ਆਸਨ ਉੱਪਰ ਨੂੰ ਉੱਠਿਆ ਤੇ ਉਹ ਸਿਮਰਨਾ ਉਹਦੇ ਥੱਲੇ ਪਿਆ ਹੋਇਆ। ਦੱਸੋ ਆਹ ਸਾਧਾਂ ਵਾਲਾ ਕੰਮ ਹੈ? ਚੀਜ਼ ਚੁੱਕ ਕੇ ਗੁਰੂ ਘਰ ਦੀ ਲਗਾ ਲੈਣੀ ਆਪ ਦੇ ਆਸਨ ਹੇਠ ਹੀ ਜਾਂ ਆਪ ਦੀ ਜੇਬ ਦੇ ਵਿੱਚ ਹੀ। ਤੋ ਇਸ ਵਾਸਤੇ ਮਹਾਰਾਜ ਨੇ ਸ਼ਬਦ ਉਚਾਰਿਆ, ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦਿੰਦੀ ਅੰਗ। 2 ਵਾਰੀ ਇਹ ਸ਼ਬਦ ਹੈ ਕੁਝ ਕੁ ਫਰਕ ਦੇ ਨਾਲ। ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਤੋ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੇੜੀ ਅੰਗ। ਉਹ ਵੱਡ ਹੰਸ ਇੱਕ ਵਾਰ ਵਾਵੇ ਨਾਲ, ਦੂਜੀ ਵਾਰ ਬੱਬੇ ਨਾਲ, ਇੱਕ ਵਾਰ ਦੇਂਦੀ ਹੈ, ਇੱਕ ਵਾਰ ਭੇੜੀ ਅੱਖਰ ਹੈ। ਤੋ ਇਸ ਤਰ੍ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਆਸਨ ਵੀ ਲਗਾ ਕੇ ਬੈਠਦਾ,
ਤੈਨੂੰ ਵੱਡਾ ਮਰਾਤਬਾ ਵੀ ਪ੍ਰਾਪਤ ਹੈ। ਚੇਲੇ ਚਾਵਟੇ ਵੇਖ ਕੇ ਮੇਰੇ ਵਰਗੇ ਤੈਨੂੰ ਮਹਾਤਮਾ ਸਮਝ ਕੇ ਤੇਰੇ ਮਗਰ ਲੱਗ ਕੇ ਭੁੱਲ ਜਾਂਦੇ ਨੇ। ਫਲ ਕੰਮ ਨਾ ਆਵਨੀ, ਪਰ ਰਿੱਧੀਆਂ ਸਿੱਧੀਆਂ ਰੂਪ ਫਲ ਤਤ ਬੇਤੀਆਂ ਜਾਂ ਮੁਕਤੀ ਦੇਣ ਦੇ ਕੰਮ ਨਹੀਂ ਆਉਂਦੇ। ਏ ਗੁਣ ਮੈਂ ਤਨ ਹਨ, ਉਹੋ ਜਿਹੇ ਸਕਾਮ ਕਰਮਾਂ ਜਾਂ ਨਖਿੱਧ ਕਰਮਾਂ ਵਾਲੇ ਗੁਣ ਵਿਸ਼ਿਆਂ ਦੇ ਸੁਭਾਅ ਤੇਰੇ ਸਰੀਰ ਦੇ ਵਿੱਚ ਹਨ। ਇਹ ਸੁਣ ਕੇ ਉਹਨੇ ਸੱਜਣ ਠੱਗ ਨੇ ਗੁਰੂ ਮਹਾਰਾਜ ਦੇ ਚਰਨ ਪੜ ਲਏ ਅਰ ਬੇਨਤੀ ਕੀਤੀ ਕਿ ਮਹਾਰਾਜ ਦੇਵੀ ਦੇਵਤਿਆਂ ਦੀ ਉਪਾਸਨਾ ਨਾਲ ਤਾਂ ਮੈਂ ਛੁੱਟ ਜਾਵਾਂਗਾ। ਤਦ ਮਹਾਰਾਜ ਕਹਿੰਦੇ ਸੁਣ ਭਾਈ, ਲੈ ਭਾਰ ਉਠਾਇਆ, ਅੰਨੇ ਪੁਰਸ਼ ਨੇ ਸਿਰ ਦੇ ਉੱਪਰ ਭਾਰ ਚੁੱਕਿਆ ਹੋਵੇ। ਡੂਗਰ ਵਾਟ ਬਹੁਤ, ਤੇ ਜਿਹੜੀ ਵਾਟ ਹੈ ਇਹ ਰਸਤਾ ਵੀ ਪਹਾੜਾਂ ਵਾਲਾ ਬੜਾ ਕਠਿਨ ਲੰਘਣਾ ਹੋਵੇ। ਲੋੜੀ ਨਾਲ ਪਰ ਅੱਖਾਂ ਦੇ ਨਾਲ ਉਹ ਵੇਖਣਾ ਚਾਹੁੰਦਾ, ਵੇਖਣਾ ਤਾਂ ਉਹਨੂੰ ਪਹਿਲਾਂ ਹੀ ਨਹੀਂ ਮਿਲ ਰਿਹਾ। ਅੰਨਾ ਹੈ, ਪ੍ਰਾਪਤ ਨਹੀਂ ਕਰ ਸਕਦਾ ਤੇ ਸੋਚਦਾ ਹੈ ਚੜ ਲੰਗਾ ਕਿਤ, ਕਿ ਮੈਂ ਕਿਸ ਪ੍ਰਕਾਰ ਇਹਨਾਂ ਘਾਟੀਆਂ ਨੂੰ ਚੜ੍ਹ ਕੇ ਲੰਘ ਸਕਾਂ। ਇਉਂ ਲੰਘ ਨਹੀਂ ਸਕਦਾ। ਇਸੇ ਪ੍ਰਕਾਰ ਲੈ ਭਾਰ ਉਠਾਇਆ, ਇਹ ਸੱਜਣਾ ਆਪਣੇ ਵਿਵੇਕ ਵੈਰਾਗ ਮਨਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਿਨਾਂ ਅਗਿਆਨੀਆਂ ਤੂੰ ਵੀ ਆਪਣੇ ਅੰਤःਕਰਨ ਰੂਪ ਸਿਰ ਦੇ ਉੱਪਰ ਪਾਪਾਂ ਦੇ ਅਭਿਮਾਨ ਰੂਪ ਬੋਝਾ ਉਠਾਇਆ ਹੋਇਆ ਹੈ। ਡੂਗਰ ਵਾਟ ਬਹੁਤ, ਤੇ ਉਧਰ ਜਮ ਮਾਰਗ ਪੰਜਾਂ ਕੋਸ਼ਾਂ ਕਾਮ ਆਦਿਕਾਂ ਰੂਪੀ ਪਹਾੜਾਂ ਦਾ ਰਸਤਾ ਵੀ ਬਹੁਤ ਕਠਿਨ ਹੈ। ਲੋੜੀ ਨਾਲ ਤਦੋਂ ਤੂੰ ਵਿਵੇਕ ਵੈਰਾਗ ਪੁੰਨਾ ਰੂਪੀ ਅੱਖਾਂ ਚਾਹੁੰਦਾ ਹੈ ਪਰ ਪ੍ਰਾਪਤ ਨਹੀਂ ਹੋ ਸਕਦੀਆਂ। ਚੜ ਲੰਗਾ ਕੀਤਾ, ਅਸੀਂ ਕਹਿੰਦੇ ਹਾਂ ਕਿ ਇਸ ਪ੍ਰਕਾਰ ਹੋਮੇ ਦੇ ਸਹਿਤ ਐਸੇ ਕਠਿਨ ਪਹਾੜਾਂ ਦੇ ਉੱਪਰ ਕਿਸ ਪ੍ਰਕਾਰ ਚੜ੍ਹ ਕੇ ਤੂੰ ਲੰਘ ਸਕੇਗਾ, ਭਾਵ ਨਹੀਂ ਲੰਘ ਸਕਦਾ। ਚਾਕਰੀਆ ਚੰਗਿਆਈਆ, ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਚਾਕਰੀਆਂ ਸੇਵਾ ਦਿਖਾਲੇ ਵਾਸਤੇ ਚੰਗਿਆਈਆਂ ਚੰਗੇ ਕਰਮ ਆਵਰ ਸਿਆਣਪ ਕਿਤ, ਹਰ ਹੋਰ ਬੁੱਧੀ ਦੀ ਸਿਆਣਪ ਚਤੁਰਾਈ ਆਦਿ ਕਿਸੇ ਕੰਮ ਨਹੀਂ ਹੈ। ਇਹ ਕਿਵੇਂ ਭਲੋਕ ਤੇਰੇ ਕੰਮ ਆਉਣਗੀਆਂ ਜੇਕਰ ਨਾਮ ਦੀ ਕਮਾਈ ਹੋਈ ਨਹੀਂ ਕੀਤੀ। ਨਾਨਕ ਨਾਮ ਸਮਾਲ ਤੂੰ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ। ਗੁਰੂ ਨਾਨਕ ਸਾਹਿਬ ਕਹਿੰਦੇ ਹੇ ਸੱਜਣਾ ਤੂੰ ਸੰਭਾਲਿਆ ਕਰ, ਚੇਤੇ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨਿਉਦ ਬੇਹਾਤ ਹੈ, ਫੂਟੇ ਘਟ ਜਿਉ ਪਾਣੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦਾ ਛੁਟ ਹੈ ਜਿਤ, ਜਿਸ ਕਰਕੇ ਜੰਮਣ ਮਰਨ ਕਰਤਾ ਭੋਗਤਾ ਆਦਿਕ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਤੂੰ ਛੁੱਟ ਜਾਵੇਂਗਾ। ਛੁੱਟੇਂਗਾ ਤਾਂ ਜਪੋ ਤਾਂ ਇੱਕੋ ਨਾਮ, ਜੇ ਇੱਕ ਨਾਮ ਨੂੰ ਜਪੇਂਗਾ। ਆ ਜਿਹੜੇ ਤੂੰ ਕੰਮ ਫੜੇ ਹੋਏ ਨੇ, ਸਟੰਟ ਕੀਤੇ ਹੋਏ ਨੇ, ਅਵਰ ਨਿਰਾਫਲ ਕੰਮ, ਇਹ ਸਭ ਨਿਸਫਲ ਨੇ, ਫਜ਼ੂਲ ਦੀਆਂ ਗੱਲਾਂ ਹਨ। ਇਸ ਵਾਸਤੇ ਤੂੰ ਬੰਦਾ ਬਣ, ਅਸਲੀ ਸੱਜਣ ਬਣ। ਇਹ ਉਪਦੇਸ਼ ਸੁਣ ਕੇ ਸੱਜਣ ਨੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਰੱਖ ਦਿੱਤਾ ਅਤੇ ਕਿਹਾ ਕਿ ਮੈਨੂੰ ਬਖਸ਼ ਲਵੋ। ਤਦੋਂ ਸਤਿਗੁਰਾਂ ਨੇ ਉਸ ਕੋਲੋਂ ਉੱਥੇ ਧਰਮਸ਼ਾਲਾ ਬਣਾਉਣ ਲਈ ਹੁਕਮ ਕੀਤਾ ਅਤੇ ਸਤਨਾਮ ਦਾ ਜਾਪ ਕਰਨ ਲਈ ਕਿਹਾ। ਇਉਂ ਸੱਜਣ ਠੱਗ ਤੋਂ ਅਸਲੀ ਸੱਜਣ ਬਣ ਕੇ ਉਹ ਤਾਂ ਮੁਕਤ ਹੋ ਗਿਆ। ਅਤੇ ਹੁਣ ਆਪਣੀ ਵਾਰੀ ਹੈ ਵੀ ਆਪਾਂ ਕਿੱਥੇ ਖੜ੍ਹੇ ਹਾਂ ਅਤੇ ਮਹਾਰਾਜ ਨੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਆਪਾਂ ਨੇ ਬਹਿ ਕੇ ਆਪ ਦੇ ਅੰਦਰ ਦਾ ਜੋ ਵੀ ਗੁਣ ਔਗਣ ਹੈ ਘੋਖਣਾ ਹੈ ਅਤੇ ਮਹਾਰਾਜ ਦੇ ਉਪਦੇਸ਼ ਦੀ ਵਿਚਾਰ ਨੂੰ ਧਾਰਨ ਕਰਨਾ। ਸੱਚੇ ਪਾਤਸ਼ਾਹ ਸਾਨੂੰ ਵੀ ਬਖਸ਼ ਲੈਣ ਜੀ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਚੰਗਿਆਈਆ ਅਵਰ ਸਿਆਨ ਬਖੇਤ, ਨਾਨਕ ਨਾਮ ਸਮਾਲ ਤੂੰ ਬੱਧਾ ਛੁਟੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਵੀ ਆਪ ਨੂੰ ਵਧਾਈ ਦਿੱਤੀ ਸੀ। ਹੁਣ ਸਮਾਪਤੀ 'ਤੇ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਦਰ ਸੁਦੀ ਏਕਮ ਸੰਮਤ 1661 ਬਿਕਰਮੀ ਨੂੰ ਪਹਿਲੀ ਵਾਰ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਵਕਤ ਜਦ ਹੁਕਮਨਾਮਾ ਲਿਆ, ਸਾਰੀ ਸੰਗਤ ਦੀ ਰੂਹ ਖਿੜ ਗਈ। ਹੁਕਮਨਾਮਾ ਆਇਆ ਸੀ, ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਸਮੂਹ ਸੰਗਤਾਂ ਨੂੰ ਮਹਾਰਾਜ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।